ਨੰਗਲ ਸ਼ਹਿਰ ਦੇ ਵਿੱਚ ਆਵਾਰਾ ਗਾਵਾਂ ਲਈ ਨਗਰ ਕੌਂਸਲ ਕਿਵੇਂ ਕਰਦਾ ਹੈ ਕੰਮ, ਕਿਵੇਂ ਗਾਵਾਂ ਨੂੰ ਪਕੜਿਆ ਜਾਂਦਾ ਹੈ ਤੇ ਕਿਵੇਂ ਗਊਸ਼ਾਲਾ ਦੇ ਵਿੱਚ ਭੇਜਿਆ ਜਾਂਦਾ ਹੈ। ਕਿਵੇਂ ਗਊਸ਼ਾਲਾ ਦੇ ਵਿੱਚ ਇਹਨਾਂ ਗਾਵਾਂ ਦਾ ਰੱਖਿਆ ਜਾਂਦਾ ਹੈ ਧਿਆਨ, ਕਿਵੇਂ ਗਊਸ਼ਾਲਾ ਦੇ ਵਿੱਚ ਰੱਖਿਆ ਜਾਂਦਾ ਹੈ ਗਾਵਾਂ ਨੂੰ। ਕੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਸੰਚਾਲਕਾਂ ਨੂੰ, ਸਾਰੀ ਅਪਡੇਟ ਤੁਹਾਨੂੰ ਦਿਖਾਵਾਂਗੇ ਪੰਜਾਬ ਟੀਵੀ ਤੇ। ਨਗਰ ਕੌਂਸਲ ਨੰਗਲ ਦੀ ਗੱਲ ਕਰੀਏ ਤਾਂ ਨਗਰ ਕੌਂਸਲ ਨੰਗਲ ਨੇ ਆਵਾਰਾ ਗਾਵਾਂ ਨੂੰ ਫੜਨੇ ਦਾ ਕੰਮ ਸ਼ੁਰੂ ਕਰ ਦਿੱਤਾ। ਇੱਕ ਵਾਰ ਫਿਰ ਤੋਂ ਜੇ ਅਸੀਂ ਗੱਲ ਕਰੀਏ ਨਗਰ ਕੌਂਸਲ ਨੰਗਲ ਨੇ ਆਵਾਰਾ ਗਾਵਾਂ ਨੂੰ ਪਕੜਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ, ਕਿਉਂਕਿ ਕਾਫੀ ਲੰਬੇ ਸਮੇਂ ਤੋਂ ਲਗਾਤਾਰ ਮੰਗ ਚੱਲ ਰਹੀ ਸੀ ਕਿ ਸ਼ਹਿਰ ਦੇ ਵਿੱਚ ਜੋ ਆਵਾਰਾ ਗਾਈਆਂ ਘੁੰਮ ਰਹੀਆਂ ਸੀ ਉਹਨਾਂ ਨੂੰ ਪਕੜਿਆ ਜਾਵੇ। ਆਵਾਜ਼ ਉਠਾਈ ਗਈ, ਜਿਸ ਦੇ ਚੱਲਦੇ ਹੋਏ ਜੋ ਨਗਰ ਕੌਂਸਲ ਨੰਗਲ ਦੇ ਮੁਲਾਜ਼ਮ ਹੈ ਗਾਈਆਂ ਪਕੜ ਰਹੇ ਨੇ। ਇਹ ਸਭ ਤੋਂ ਪਹਿਲਾਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ, ਤੁਸੀਂ ਵੇਖ ਸਕਦੇ ਹੋ ਕਿ ਜੋ ਨਗਰ ਕੌਂਸਲ ਨੰਗਲ ਦੇ ਮੁਲਾਜ਼ਮ ਹੈ ਉਹ ਇੱਥੇ ਮੌਜੂਦ ਨੇ ਤੇ ਉਹਨਾਂ ਦੁਆਰਾ ਗਾਵਾਂ ਨੂੰ ਪਕੜ ਕੇ ਟਰਾਲੀ ਦੇ ਵਿੱਚ ਲੱਦਿਆ ਜਾ ਰਿਹਾ ਹੈ। ਤੇ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਜੋ ਟਰਾਲੀ ਖੜੀ ਹੈ ਕਲੇਸ਼ਵਰ ਗਊਸ਼ਾਲਾ ਨੰਗਲੀ ਦੀ ਟਰਾਲੀ ਹੈ ਤੇ ਉਸੇ ਨੰਗਲੀ ਵਿਖੇ ਟਰਾਲੀ ਜਾਏਗੀ ਤੇ ਜੋ ਗਾਵਾਂ ਹੈ ਇਹਨਾਂ ਦੀ ਦੇਖ ਰੇਖ ਉੱਥੇ ਰੱਖੀ ਜਾਏਗੀ। ਅਸੀਂ ਤੁਹਾਨੂੰ ਦੱਸ ਦਈਏ ਕਿ ਅਸੀਂ ਇਸ ਸਮੇਂ ਜੋ ਨੰਗਲ ਦੇ ਵਿੱਚ ਮੌਜੂਦ ਹੈ, ਗਾਵਾਂ ਇੱਥੋਂ ਪਕੜ ਕੇ ਕਿੱਥੇ ਜਾ ਰਹੇ ਨੇ, ਉੱਥੇ ਕਿਸ ਪ੍ਰਕਾਰ ਧਿਆਨ ਰੱਖਿਆ ਜਾ ਰਿਹਾ, ਉਹ ਸਾਰੀ ਗੱਲਬਾਤ ਤੁਹਾਨੂੰ ਜ਼ਰੂਰ ਦਿਖਾਵਾਂਗੇ। ਸਰ, ਕਿਸ ਪ੍ਰਕਾਰ ਤੁਸੀਂ ਗਾਵਾਂ ਨੂੰ ਪਕੜ ਰਹੇ ਹੋ ਜੀ? ਫਿਰ ਅਸੀਂ ਜਿਹੜੀਆਂ ਆਵਾਰਾ ਪਸ਼ੂ ਹੈ ਜੀ, ਲੋਕਾਂ ਦੀ ਸ਼ਹਿਰ ਵਾਸੀਆਂ ਦੀ ਸ਼ਿਕਾਇਤ ਹੈ ਕਿ ਬਹੁਤ ਨੁਕਸਾਨ ਕਰ ਰਹੀਆਂ, ਕਿਸੇ ਦੀ ਗੱਡੀ ਤੋੜ ਰਹੀਆਂ, ਕਿਸੇ ਦੀ ਸਕੂਟਰੀ ਤੇ ਚੜ੍ਹ ਜਾਂਦੇ ਸਨ। ਇਸ ਲਈ ਡੀਸੀ ਸਾਹਿਬ ਦੇ ਹੁਕਮਾਂ ਦੇ ਅਨੁਸਾਰ ਅਸੀਂ ਨਾ ਗਊਆਂ ਨੂੰ ਫੜ ਕੇ ਗਊਸ਼ਾਲਾ ਜਿਹੜੀਆਂ ਸਾਡੇ ਕੋਲ 3-4 ਉਹਨਾਂ ਗਊਸ਼ਾਲਾ 'ਚ ਅਸੀਂ ਪਹੁੰਚਾਉਂਦੇ ਹਾਂ ਤੇ ਉਸ ਤੋਂ ਬਾਅਦ ਉਹਨਾਂ ਤੋਂ ਅਸੀਂ ਰਸੀਦ ਲੈਣੇ ਪੈਂਦੀਆਂ। ਗਾਈਆਂ ਸਾਡੇ ਕੋਲ ਆ ਗਈਆਂ, ਤੁਸੀਂ ਜਾ ਕੇ ਉਹਨਾਂ ਨੂੰ ਨੋਟ ਕਰਵਾਉਂਦੇ ਹੋ? ਨੋਟ ਕਰਾਉਂਦੇ, ਹਾਂਜੀ ਹਾਂਜੀ। ਤੇ ਠੀਕ ਹੈ, ਜੇ ਅਸੀਂ ਗੱਲ ਕਰੀਏ ਤਾਂ ਜਿਹੜੀ ਗਊਸ਼ਾਲਾ ਦੇ ਵਿੱਚ ਗਾਵਾਂ ਭੇਜ ਰਹੇ ਹੋ, ਅੱਜ ਕਿੰਨੀਆਂ ਗਾਵਾਂ ਪਕੜੀਆਂ ਗਈਆਂ ਹੈ ਤੇ ਜਿਹੜੀਆਂ ਗਾਵਾਂ ਅੱਜ ਪਕੜੀਆਂ ਕਿੱਥੇ ਭੇਜ ਰਹੇ ਹੋ? ਇਹ ਅਸੀਂ ਮੇਘਪੁਰ ਭੇਜ ਰਹੇ ਜੀ, ਮੇਘਪੁਰ ਪਿੰਕੀ ਗਊਸ਼ਾਲਾ। ਪਿੰਕੀ ਗਊਸ਼ਾਲਾ ਕੋਲ ਜਿਹੜੇ ਮੇਘਪੁਰ ਜੀ, ਹਾਂਜੀ ਹਾਂਜੀ ਹਾਂਜੀ। ਤੇ ਪਿਛਲੇ ਦਿਨਾਂ ਵਿੱਚ ਕਿੰਨੇ ਦਿਨ ਤੋਂ ਇਹ ਕੰਮ ਜਾਰੀ ਹੈ ਤੇ ਕਿੰਨੀ ਗਾਵਾਂ ਹੁਣ ਤੱਕ ਇਹ ਸਰ ਆਪਣੇ 10 ਦਿਨ ਹੋ ਗਏ ਜੀ ਲਗਾਤਾਰ ਹੀ ਇਸ ਕੰਮ ਨੂੰ ਪ੍ਰੋਸੈਸ ਨੂੰ ਚੱਲਦੇ ਹੋਏ। ਰੋਜ਼ ਦੇ 10 ਨਾਗ ਅਸੀਂ ਪਜਾਨੇ ਆ ਨੰਗਲੀ ਅਤੇ ਆਪਣੇ ਮੇਘਪੁਰ ਗਊਸ਼ਾਲਾ ਪਿੰਕੀ, ਜਿਹੜੇ 2 ਗਊਸ਼ਾਲਾ ਇੱਥੇ ਪਹੁੰਚਾ ਰਹੇ ਹੋ? ਹਾਂਜੀ ਹਾਂਜੀ। ਕਿੰਨੇ ਦਿਨ ਤੱਕ ਜਾਰੀ ਰਹੇਗਾ, ਕਿੰਨੇ ਦਿਨ ਤੁਸੀਂ ਕੰਮ ਕਰੋਗੇ? ਇਹ ਸਰ ਘੱਟੋ ਘੱਟ 1 ਮਹੀਨਾ ਪ੍ਰੋਸੈਸ ਸਾਡਾ ਚੱਲੇਗਾ। ਠੀਕ ਹੈ, ਤੇ ਤੁਹਾਨੂੰ ਕਿਸ ਪ੍ਰਕਾਰ ਆਦੇਸ਼ ਹੋਣੇ ਕਿ ਗਾਵਾਂ ਸਾਰੀਆਂ ਪਕੜਨੀਆਂ ਜਾਂ ਕਿਸ ਤਰ੍ਹਾਂ? ਸਾਨੂੰ ਡੀਸੀ ਸਾਹਿਬ ਦੇ ਹੁਕਮ ਹੈ ਕਿ ਮਹਾਮਾਰੀ ਦੇ ਅਧੀਨ ਪਰੇਸ਼ਾਨ ਹੈ ਲੋਕਾਂ ਦੇ ਗੱਡੀਆਂ ਭਾਂਦੇ, ਕੁਛ ਤੇ ਕੋਈ ਨੁਕਸਾਨ ਬਹੁਤ ਹੋ ਰਿਹਾ ਲੋਕਾਂ ਦਾ। ਇਸ ਲਈ ਡੀ ਸਾਹਿਬ ਨੇ ਪਰਸੋਂ ਆਏ ਸੀ ਨੰਗਲ ਦੇ ਵਿੱਚ, ਉਹਨੇ ਸਾਨੂੰ ਐਲਾਨ ਕੀਤਾ ਵੀ ਜਿੰਨੀਆਂ ਆਵਾਰਾ ਗਾਈਆਂ ਉਹ ਪਕੜ ਕੇ ਗਊਸ਼ਾਲਾ ਦੇ ਵਿੱਚ ਪਹੁੰਚਾਈਆਂ ਜਾਣ। ਇਹ ਜੋ ਆਵਾਰਾ ਗਊਆਂ ਸ਼ਹਿਰ ਦੇ ਲਈ ਲਗਾਤਾਰ ਸਮੱਸਿਆ ਦਾ ਕਾਰਨ ਬਣਦੀਆਂ ਜਾ ਰਹੀਆਂ ਨੇ ਤੇ ਸਾਡੇ ਨਾਲ ਇੰਸਪੈਕਟਰ ਚਮਨ ਲਾਲ ਵੀ ਮੌਜੂਦ ਨੇ, ਉਹਨਾਂ ਮਦਨ ਲਾਲ ਜੀ ਮੌਜੂਦ ਨੇ, ਉਹਨਾਂ ਨਾਲ ਗੱਲ ਕਰਾਂਗੇ। ਸਰ, ਕਿਸ ਪ੍ਰਕਾਰ ਤੁਸੀਂ ਵੇਖਦੇ ਜੋ ਆਵਾਰਾ ਗਾਈਆਂ ਘੁੰਮ ਰਹੀਆਂ ਨੇ, ਕੀ ਕਹਿਣਾ ਚਾਹੋਗੇ? ਸਰ, ਅਸੀਂ ਚਾਹੁੰਦੇ ਹਾਂ ਵੀ ਜਿਹੜੇ ਵੀ ਜਿੰਨੀਆਂ ਆਵਾਰਾ ਅਸੀਂ ਫੜ ਰਹੇ ਹਾਂ, ਪਰ ਅਸੀਂ ਲੋਕਾਂ ਨੂੰ ਵੀ ਅਪੀਲ ਕਰਨਾ ਚਾਹੁੰਦੇ ਹਾਂ ਕਿਉਂਕਿ ਸਾਡੇ ਉੱਪਰ ਆਪਣੇ ਪੰਜਾਬ ਵਿਧਾਨ ਸਭਾ ਸਪੀਕਰ ਰਾਣਾ ਜੀ ਦੇ ਵੱਲੋਂ ਤੇ ਈਓ ਸਾਹਿਬ ਦੀ ਦੇਖ 'ਚ ਇਹ ਕੰਮ ਹੋ ਰਿਹਾ, ਉਹਨਾਂ ਵੱਲੋਂ ਸਾਨੂੰ ਹੁਕਮ ਹੋਏ ਨੇ ਤੇ ਜਿੰਨੇ ਵੀ ਸ਼ਹਿਰ ਵਿੱਚ ਆਵਾਰਾ ਜਾਨਵਰ ਘੁੰਮ ਰਹੇ ਉਹਨਾਂ ਫੜ ਕੇ ਗਊਸ਼ਾਲਾ ਭੇਜਿਆ ਜਾਵੇ। ਸਰ, ਦੇਖਿਆ ਜਾਵੇ ਲਗਾਤਾਰ ਕਾਫੀ ਲੰਬੇ ਸਮੇਂ ਤੋਂ ਗਾਵਾਂ ਪਕੜੀਆਂ ਵੀ ਜਾ ਰਹੀਆਂ ਨੇ ਪਰ ਕੋਈ ਹੱਲ ਨਹੀਂ ਹੋ ਰਿਹਾ, ਗਾਵਾਂ ਪੱਕੀਆਂ ਤੌਰ ਤੇ ਨਹੀਂ ਪਕੜੀਆਂ ਜਾ ਰਹੀਆਂ, ਕੀ ਰੀਜ਼ਨ ਦੇਖਦੇ ਹੋ ਤੁਸੀਂ? ਸਰ, ਪਕੜਦੇ ਸੀ ਲਗਭਗ 500-600 ਦੇ ਕਰੀਬ ਅਸੀਂ ਗਊਸ਼ਾਲਾ ਭੇਜ ਚੁੱਕੇ ਹਾਂ। ਇੱਥੇ ਮੇਨ ਜਿਹੜੀ ਪ੍ਰੋਬਲਮ ਇਹ ਹੈ ਕਿਉਂ ਇੱਥੇ ਹਿਮਾਚਲ ਤੇ ਏਰੀਆ ਨਾਲ ਹੋਣ ਕਰਕੇ ਨਾ ਰੋਜ਼ ਰਾਤ ਦੇ ਟਾਈਮ ਇੱਥੇ ਛੁੱਟ ਜਾਂਦੇ ਨੇ। ਜਿੰਨੇ ਕੁ ਫੜਦੇ ਆ ਉਨੀ ਕੁ ਸਵੇਰ ਨੂੰ ਹੋ ਜਾਂਦੀ। ਸ਼ਹਿਰ ਵਾਸੀਆਂ ਨੂੰ ਅਪੀਲ ਹੈ ਵੀ ਜਿਹੜੇ ਆਪਣੇ ਪਾਲਤੂ ਜਾਨਵਰ ਹੈ ਇਹਨੂੰ ਆਪਣੇ ਘਰਾਂ 'ਚ ਬੰਨੇ ਰੱਖਣ, ਖੁੱਲ੍ਹੇ ਨਾ ਛੱਡੋ। ਜੇ ਨਗਰ ਕੌਂਸਲ ਵੱਲੋਂ ਫੜੇ ਜਾਂਦੇ ਆ ਤਾਂ ਅਸੀਂ ਇਹਨਾਂ ਵੱਲੋਂ ਬਣਦਾ ਜੁਰਮਾਨਾ ਕੀਤਾ ਜਾਊਗਾ ਤੇ ਅਸੀਂ ਛੱਡਣਾ ਨਹੀਂ, ਵਾਪਸ ਨਹੀਂ ਦੇਵਾਂਗੇ। ਸਰ, ਬਿਲਕੁਲ, ਜੇ ਬਣਦੇ ਜੁਰਮਾਨੇ ਦੀ ਗੱਲ ਕਰੀਏ ਤਾਂ ਕਿਸ ਪ੍ਰਕਾਰ ਜੁਰਮਾਨਾ ਕੀਤਾ ਜਾਊਗਾ, ਕੀ ਪ੍ਰਾਵਧਾਨ ਰੱਖਿਆ ਗਿਆ, ਕੋਈ ਪਾਲਿਸੀ ਬਣਾਈ ਹੈ ਇਹਦੇ ਵੇਲੇ? ਹਾਂਜੀ, ਇਹਦਾ 500 ਰੁਪਏ ਪਰ ਡੇ ਆਉਂਦਾ ਜੀ ਤੇ ਚਾਰੇ ਦਾ ਲੱਗ ਹੁੰਦਾ ਜੀ, ਚਾਰੇ ਖਰਚਾ ਲੱਗ ਹੁੰਦਾ ਜੀ।
ਠੀਕ ਹੈ, ਫਾਈਨ ਕੀਤਾ ਜਾਊਗਾ। ਹਾਂਜੀ ਕਰੋ ਜੀ। ਤੇ ਇਸ ਦੇ ਵਿੱਚ ਇਸ ਤਰ੍ਹਾਂ ਵੀ ਹੈ, ਜੇ ਇੱਕ ਵਾਰ ਗਾਂ ਪਕੜ ਲਈਏ ਤਾਂ ਘੱਟ ਹੋਏਗਾ ਲਗਾਤਾਰ, ਜੇ ਇਸ ਤਰ੍ਹਾਂ ਚਾਂਸ ਵੱਧਦੇ ਰਹੇ ਹੈ ਮੀਨਸ ਜੇ ਕਿਸੇ ਦੀ ਗਾਂ ਬਾਰ-ਬਾਰ ਪਕੜੀ ਜਾਂਦੀ ਹੈ ਤਾਂ ਉਸ ਦੇ ਬਾਰੇ ਕੋਈ ਪ੍ਰਾਵਧਾਨ ਬਣਾਇਆ? ਫਿਲਹਾਲ ਤਾਂ ਆਪਾਂ ਛੱਡਾਂਗੇ ਨਹੀਂ, ਜਿਹੜੇ ਅਸੀਂ ਫੜ ਲੈਣੀ ਛੱਡਣੀ ਨਹੀਂ ਆ, ਕਿਉਂਕਿ ਆਪਾਂ ਗਊਸ਼ਾਲਾ ਛੱਡਣੀ ਆ। ਸਿਫਾਰਸ਼ਾਂ ਬਹੁਤ ਆਉਂਦੀਆਂ ਜੇ ਗਊਸ਼ਾਲਾ ਜਾ ਕੇ ਉੱਧਰ ਉਹਨਾਂ ਦੀ ਮਰਜ਼ੀ ਹੈ ਛੱਡਦੇ ਕਿ ਨਹੀਂ ਛੱਡਦੇ। ਤੇ ਜੇ ਸਿਫਾਰਿਸ਼ ਆਉਂਦੀ ਹੈ ਫਿਰ ਕੀ ਕਰੋਗੇ ਜੀ? ਪਾਸ ਆਪਾਂ ਨਹੀਂ ਮੰਨਾਂਗੇ, ਕਿਉਂਕਿ ਸਾਨੂੰ ਉੱਪਰ ਸਰਕਾਰ ਦੇ ਹੁਕਮ ਹੈ। ਹੁਕਮ ਹੈ, ਹਾਂਜੀ ਸਾਡੇ ਇਹ ਸਮਝ ਲਓ ਵੀ ਸਾਨੂੰ ਹੁਕਮ ਹੈ ਵੀ ਜਿਹੜੇ ਅਸੀਂ ਪਾਲਤੂ ਫੜਨੇ ਉਹ ਵਾਪਸ ਨਹੀਂ ਜਾਣਾ। ਜੀ ਬਿਲਕੁਲ, ਜਿਵੇਂ ਇਹਨਾਂ ਨੇ ਦੱਸਿਆ ਕਿ ਨਿਰਦੇਸ਼ ਹੈ ਜੋ ਆਰਡਰ ਨੇ ਡੀਸੀ ਸਾਹਿਬ ਦੇ ਬਿਲਕੁਲ ਸਖਤ ਨੇ, ਤੇ ਜਿਸ ਦੇ ਚੱਲਦੇ ਹੋਏ ਕੋਈ ਵੀ ਜੋ ਗਾਂ ਪਕੜੀ ਜਾਏਗੀ ਉਸ ਨੂੰ ਨਹੀਂ ਛੱਡਿਆ ਜਾਏਗਾ। ਇਸ ਦੇ ਨਾਲ ਇਹਨਾਂ ਨੇ ਅਪੀਲ ਕੀਤੀ ਹੈ ਕਿ ਸ਼ਹਿਰ ਦੇ ਵਾਸੀ ਜਿਨ੍ਹਾਂ ਨੇ ਗਾਵਾਂ ਰੱਖੀਆਂ ਨੇ ਉਹ ਗਾਵਾਂ ਨੂੰ ਨਾ ਛੱਡਣ। ਜੇ ਉਹਨਾਂ ਦੀ ਗਾਂ ਪਕੜੀ ਜਾਂਦੀ ਹੈ ਤਾਂ ਉਸ ਵਿਅਕਤੀ ਨੂੰ ਜੁਰਮਾਨਾ ਵੀ ਹੋਏਗਾ, ਤੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਉਹਨਾਂ ਗਾਵਾਂ ਨੂੰ ਛੱਡਿਆ ਵੀ ਨਹੀਂ। ਸਵਾਗਤ ਹੈ ਪੰਜਾਬ ਟੀਵੀ ਦੇ ਤੇ ਮੈਂ ਹਰਕੇਸ਼ ਸਿੰਘ ਰਾਣਾ। ਸ਼ਹਿਰ ਦੇ ਵਿੱਚ ਜੋ ਅਵਾਰਾ ਗਾਵਾਂ ਨੇ ਉਹਨਾਂ ਨੂੰ ਲੈ ਕੇ ਨਗਰ ਕੌਂਸਲ ਕਿਸ ਪ੍ਰਕਾਰ ਕੰਮ ਕਰਦਾ ਹੈ ਤੇ ਕਿਸ ਪ੍ਰਕਾਰ ਉਹਨਾਂ ਗਾਵਾਂ ਨੂੰ ਗਊਸ਼ਾਲਾ ਦੇ ਵਿੱਚ ਭੇਜਿਆ ਜਾਂਦਾ ਹੈ, ਤੇ ਇਸ ਦਾ ਜਾਇਜ਼ਾ ਲੈਣ ਲਈ ਅੱਜ ਪੰਜਾਬ ਟੀਵੀ ਦੀ ਟੀਮ ਪਹੁੰਚੀ ਹੈ ਗਊਸ਼ਾਲਾ ਐਮਪੀ ਦੀ ਕੋਠੀ ਵਿਖੇ, ਜਿੱਥੇ ਅਸੀਂ ਦੇਖਾਂਗੇ ਕਿ ਗਾਵਾਂ ਨੂੰ ਕਿਸ ਪ੍ਰਕਾਰ ਰੱਖਿਆ ਜਾਂਦਾ ਹੈ, ਕਿਸ ਪ੍ਰਕਾਰ ਉਹਨਾਂ ਗਾਵਾਂ ਨੂੰ ਘਾਹ ਪਾਇਆ ਜਾਂਦਾ ਹੈ, ਕਿਸ ਪ੍ਰਕਾਰ ਚਾਰਾ ਪਾਇਆ ਜਾਂਦਾ ਹੈ ਤੇ ਕਿਸ ਪ੍ਰਕਾਰ ਉਹਨਾਂ ਦਾ ਟ੍ਰੀਟਮੈਂਟ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਜੇ ਅਸੀਂ ਗੱਲ ਕਰੀਏ ਤਾਂ ਸਭ ਤੋਂ ਵੱਡੀ ਗੱਲ ਹੈ ਕਿ ਉਹਨਾਂ ਗਾਵਾਂ ਨੂੰ ਦੇਖ ਰੇਖ ਲਈ ਇਲਾਜ ਕਿਵੇਂ ਕੀਤਾ ਜਾਂਦਾ ਹੈ, ਤੇ ਉਹਨਾਂ ਜੋ ਸੰਚਾਲਕ ਨੇ ਗਊਸ਼ਾਲਾ ਦੇ ਉਹਨਾਂ ਨੂੰ ਕਿਹੜੇ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਤੇ ਸਾਰੀ ਗੱਲਬਾਤ ਕਰਨ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਸਾਂਝੀਆਂ ਕਰਾਂਗੇ ਗਊਸ਼ਾਲਾ ਦੀਆਂ। ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਅਸੀਂ ਇਸ ਵੇਲੇ ਮੌਜੂਦ ਹਾਂ ਗਊਸ਼ਾਲਾ ਐਮਪੀ ਦੀ ਕੋਠੀ ਵਿਖੇ, ਜਿੱਥੇ ਕਿ ਇਸ ਵੇਲੇ ਗਾਵਾਂ ਦੀ ਤਸਵੀਰਾਂ ਤੁਸੀਂ ਵੇਖ ਸਕਦੇ ਹੋ। ਗਾਵਾਂ ਨੂੰ ਬੰਨਿਆ ਹੋਇਆ ਕਿਸ ਪ੍ਰਕਾਰ ਇਹਨਾਂ ਗਾਵਾਂ ਦਾ ਧਿਆਨ ਰੱਖਿਆ ਜਾ ਰਿਹਾ ਹੈ, ਸਾਰੀ ਜਾਣਕਾਰੀ ਲਵਾਂਗੇ। ਤੇ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਦਿਖਾਇਆ ਕਿ ਕਿਸ ਪ੍ਰਕਾਰ ਨਗਰ ਕੌਂਸਲ ਗਾਵਾਂ ਨੂੰ ਪਕੜਦਾ ਹੈ ਤੇ ਕਿਸ ਪ੍ਰਕਾਰ ਉਹਨਾਂ ਨੂੰ ਗਾਵਾਂ ਨੂੰ ਕਿੱਥੇ ਭੇਜਿਆ ਜਾਂਦਾ ਹੈ। ਸਾਰੀ ਜਾਣਕਾਰੀ ਅਸੀਂ ਤੁਹਾਡੇ ਨਾਲ ਸ਼ੇਅਰ ਕੀਤੀ ਹੈ। ਸਾਡੇ ਨਾਲ ਜੋ ਜਾਣਕਾਰੀ ਦਿੱਤੀ ਹੈ ਨਗਰ ਕੌਂਸਲ ਦੇ ਜੋ ਇੰਸਪੈਕਟਰ ਨੇ ਮਦਨ ਲਾਲ, ਉਹਨਾਂ ਨੇ ਸਾਰੀ ਜਾਣਕਾਰੀ ਸਾਨੂੰ ਦਿੱਤੀ ਹੈ। ਤੇ ਫਿਲਹਾਲ ਸਾਰੀ ਜਾਣਕਾਰੀ ਲੈ ਕੇ ਕਿਸ ਪ੍ਰਕਾਰ ਕੰਮ ਕਰਦਾ ਹੈ ਤੇ ਕਿਸ ਪ੍ਰਕਾਰ ਜੋ ਗਾਵਾਂ ਹੈ ਗਊਸ਼ਾਲਾ ਵਿੱਚ ਪਹੁੰਚਦੀਆਂ ਨੇ, ਸਾਰੀ ਜਾਣਕਾਰੀ ਲਈ ਸਾਡੇ ਨਾਲ ਜੋ ਗਊਸ਼ਾਲਾ ਦੇ ਸੈਕਟਰੀ ਨੇ ਉਹ ਸਾਡੇ ਨਾਲ ਮੌਜੂਦ ਨੇ, ਪਿੰਕੀ ਸ਼ਰਮਾ ਜੀ। ਸਭ ਤੋਂ ਪਹਿਲਾਂ ਸਰ ਜਾਣਨਾ ਚਾਹਾਂਗੇ ਕਿ ਅਵਾਰਾ ਗਾਵਾਂ ਨਗਰ ਕੌਂਸਲ ਵੱਲੋਂ ਤੁਹਾਨੂੰ ਭੇਜੀਆਂ ਜਾਂਦੀਆਂ ਨੇ, ਕਿਸ ਪ੍ਰਕਾਰ ਗਾਵਾਂ ਪਕੜੀਆਂ ਜਾਂਦੀਆਂ ਨੇ, ਤੁਹਾਡੇ ਕੋਲ ਭੇਜੀਆਂ ਜਾਂਦੀਆਂ ਨੇ, ਥੋੜੀ ਜਾਣਕਾਰੀ ਦਿਓ ਜੀ ਇਹਦੇ ਬਾਰੇ। हाँ जी, समय समय सिर BBMB ਵੀ ਔਰ ਮਿਊਨਿਸਪਲ ਕੌਂਸਲ ਸਾਨੂੰ ਨੰਗਲ ਜਿਹੜੀ ਆ ਉਹ ਇਸ ਤਰ੍ਹਾਂ ਜਿਹੜੀਆਂ ਲੋਕਾਂ ਲਈ ਦੁਰਘਟਨਾਵਾਂ ਦਾ ਕਾਰਨ ਬਣਦੀਆਂ ਉਹ ਗਾਵਾਂ ਸਾਡੇ ਕੋਲ ਭੇਜਦੇ ਆ। ਅਸੀਂ ਬਾਉਂਡ ਹੈ ਉਹ ਗਾਵਾਂ ਰੱਖਣ ਦੇ ਲਈ, ਕਿਉਂਕਿ ਸਾਨੂੰ ਉਹ ਮਹੀਨੇ ਦਾ 50,000 ਰੁਪਈਆ ਦਿੰਦੇ ਆ। ਬੇਸ਼ੱਕ ਸਾਡਾ ਖਰਚਾ ਬਹੁਤ ਜ਼ਿਆਦਾ ਉਹਦੇ ਨਾਲ 2.5 ਲੱਖ ਰੁਪਏ, ਪਰ ਫਿਰ ਵੀ ਸਾਨੂੰ ਉਹ 50,000 ਰੁਪਏ ਦਿੰਦੇ ਆ। ਅਸੀਂ ਬਾਉਂਡ ਆ ਉਹਨਾਂ ਦੀਆਂ ਗਾਵਾਂ ਲੈਣ ਲਈ। ਸਾਨੂੰ ਮੈਂ ਜਿਵੇਂ ਦੱਸਿਆ ਵੀ BBMB ਵਾਲੇ ਵੀ ਸਾਨੂੰ ਗਾਈਆਂ ਦੇ ਜਾਂਦੇ ਆ ਜਿਹੜੀਆਂ ਉੱਥੇ ਉਹਨਾਂ ਨੂੰ ਦਿੱਕਤ ਖੜੀ ਕਰਦੀਆਂ। ਇੱਦਾਂ ਹੀ ਮਿਊਨਿਸਪਲ ਕੌਂਸਲ ਵਾਲੇ ਵੀ। ਹੁਣ ਮਿਊਨਿਸਪਲ ਕੌਂਸਲ ਮਾਨਨੀय ਸਾਡੇ DC ਸਾਹਿਬ ਦੇ ਹੁਕਮਾਂ ਨਾਲ ਲੋਕਾਂ ਦੀ ਡਿਮਾਂਡ ਦੇ ਉੱਤੇ ਹੁਣ ਉਹਨਾਂ ਨੇ ਪਿਛਲੇ 3-4 ਦਿਨ ਤੋਂ ਗਾਈਆਂ ਚੱਕ ਕੇ ਦੇ ਰਹੇ ਆ, ਤੇ ਉਹ ਫਿਰ ਅਸੀਂ ਰੱਖੀਆਂ ਹੋਈਆਂ, ਉਹ ਮੈਨੂਅਲੀ ਫੜਦੇ ਆ ਤੇ ਫੜ ਕੇ ਸਾਡੇ ਕੋਲ ਭੇਜ ਦਿੰਦੇ ਆ। ਅਸੀਂ ਉਹਨਾਂ ਦੀ ਦੇਖਭਾਲ ਦੇ ਲਈ ਲੇਬਰ ਰੱਖੀ ਹੈ, ਆਪ ਵੀ ਕਾਫੀ ਸਮਾਂ ਦੇਣ ਦਾ ਪ੍ਰਯਾਸ ਕਰੀਦਾ। ਪਿੰਕੀ ਸ਼ਰਮਾ ਜੀ, ਜਾਣਨਾ ਚਾਹਾਂਗੇ ਜੋ ਅਵਾਰਾ ਗਾਵਾਂ ਤੁਹਾਡੇ ਕੋਲ ਆਉਂਦੀਆਂ ਨੇ ਤੁਸੀਂ ਉਸ ਦਾ ਧਿਆਨ ਕਿਵੇਂ ਰੱਖਦੇ ਹੋ, ਕਿਉਂਕਿ ਕਾਫੀ ਵੱਡੀ ਗਊਸ਼ਾਲਾ ਹੈ ਤੇ ਇਸ ਦੇ ਵਿੱਚ ਕਿੰਨੀਆਂ ਗਾਵਾਂ ਮੌਜੂਦ ਨੇ? ਤੇ ਪਿਛਲੇ ਦਿਨਾਂ ਦੀ ਗੱਲ ਕਰੀਏ ਤਾਂ ਕਿਉਂਕਿ ਜਦੋਂ ਮੀਡੀਆ ਨੇ ਮੁੱਦਾ ਉਠਾਇਆ ਉਸ ਤੋਂ ਬਾਅਦ ਨਗਰ ਕੌਂਸਲ ਹੈ ਉਸਨੇ ਗਾਵਾਂ ਪਕੜਨੀਆਂ ਫਿਰ ਤੋਂ ਸ਼ੁਰੂ ਕਰ ਦਿੱਤੀਆਂ ਤੇ ਉਹ ਗਾਵਾਂ ਤੁਹਾਡੇ ਕੋਲ ਵੀ ਆ ਰਹੀਆਂ ਨੇ। ਫਿਲਹਾਲ ਜਾਣਨਾ ਚਾਹਾਂਗੇ ਪਹਿਲਾਂ ਕਿੰਨੀਆਂ ਗਾਵਾਂ ਸੀ ਤੇ ਪਿਛਲੇ 10-12 ਦਿਨ ਦੇ ਵਿੱਚ ਕਿੰਨੀਆਂ ਗਾਵਾਂ ਕੌਂਸਲ ਨੇ ਤੁਹਾਨੂੰ ਹੈਂਡਓਵਰ ਕੀਤੀਆਂ? ਸਾਨੂੰ ਪਿਛਲੇ ਇਹਨਾਂ ਨੇ ਜਦੋਂ ਦੀ ਮੁਹਿੰਮ ਚਲਾਈ ਹੈ ਉਦੋਂ ਦਾ ਇਹਨਾਂ ਨੇ ਸਾਨੂੰ 12 ਗਾਵਾਂ ਦਿੱਤੀਆਂ, ਤੇ ਉਹਦੇ ਵਿੱਚ ਅਸੀਂ ਉਹਨਾਂ ਨੂੰ ਦੇਖ ਰੇਖ ਦੇ ਲਈ ਸਮਾਨ ਅਸੀਂ ਮੁਹੱਈਆ ਕਰਾਉਂਦੇ ਹਾਂ। ਸਾਡੇ ਕੋਲ ਲੇਬਰ ਹੈਗੀ ਹੈ, 5 ਬੰਦੇ ਰੱਖੇ ਹੋਏ, 5 ਬੰਦੇ ਇਹਨਾਂ ਦੇ ਘਾਹ ਤੂੜੀ ਪਾਣੀ ਔਰ ਇਹਨਾਂ ਦਾ ਹੋਰ ਵੀ ਦੇਖ ਰੇਖ ਲਈ। ਜਿਵੇਂ ਕਈ ਬਿਮਾਰ ਹੁੰਦੀਆਂ ਬਜ਼ੁਰਗ ਗਾਵਾਂ ਸਾਡੇ ਕੋਲ ਜ਼ਿਆਦਾ ਆਉਂਦੀਆਂ, ਕਿਉਂਕਿ ਜਿਹੜੀਆਂ ਲੋਕਾਂ ਦੇ ਰੱਖਾਂ ਦੇ ਕੰਮ ਦੀਆਂ ਨਹੀਂ ਰਹਿੰਦੀਆਂ, ਜਿਹੜੇ ਪਾਲਕ ਹੈ ਗੋ ਪਾਲਕ ਹੈ, ਜਦੋਂ ਉਹਨਾਂ ਦੇ ਕੰਮ ਦੀ ਨਹੀਂ ਰਹਿੰਦੀਆਂ ਉਹ ਸੜਕ 'ਤੇ ਛੱਡ ਦਿੰਦੀਆਂ, ਫਿਰ ਉਹ ਸ਼ਹਿਰ ਦੇ ਵਿੱਚ ਦੁਰਘਟਨਾ ਦਾ ਕਾਰਨ ਬਣਦੀਆਂ ਜਾਂ ਗੰਦਗੀ ਦਾ ਕਾਰਨ ਬਣਦੀਆਂ, ਜਾਂ ਫਿਰ ਹਿੰਦੂ ਧਰਮ ਮੈਨੂੰ ਗਊ ਮਾਤਾ ਦੇ ਹਿਸਾਬ ਨਾਲ ਪੂਜਾ ਕਰਦਾ ਤੇ ਲੋਕਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਇਸ ਕਰਕੇ ਫਿਰ ਉਹ ਗਾਈਆਂ ਨੂੰ ਉੱਥੋਂ ਚੱਕ ਕੇ ਗਊਸ਼ਾਲਾ ਦੇ ਵਿੱਚ ਇੱਥੇ ਸਾਡੇ ਕੋਲ ਭੇਜਦੇ ਆ। ਪਿੰਕੀ ਜੀ, ਇਹ ਵੀ ਜਾਣਨਾ ਚਾਹਾਂਗੇ ਕਿਉਂਕਿ ਗਾਵਾਂ ਕੌਂਸਲ ਪਕੜ ਕੇ ਤੁਹਾਡੇ ਕੋਲ ਭੇਜ ਦਿੰਦਾ ਹੈ
ਉਸ ਤੋਂ ਬਾਅਦ ਜੋ ਗਾਵਾਂ ਪਸ਼ੂ ਪਾਲਕ ਨੇ ਉਹ ਤੁਹਾਡੇ ਕੋਲ ਵੀ ਆਉਂਦੇ ਨੇ ਕਿ ਗਾਵਾਂ ਨੂੰ ਛੱਡ ਦਿਓ, ਫਿਰ ਕਿਸ ਤਰ੍ਹਾਂ ਤੁਸੀਂ ਉਹਨਾਂ ਨੂੰ ਡੀਲ ਕਰਦੇ ਹੋ? ਕੀ ਕਿਹਾ ਜਾਂਦਾ ਹੈ, ਕਿਸ ਦੀ ਆਗਿਆ ਤੇ ਕਿਸ ਦਾ ਫੋਨ ਆਉਂਦਾ ਜਾਂ ਕਿਸ ਦੀ ਸਿਫਾਰਿਸ਼ ਆਉਂਦੀ ਹੈ ਫਿਰ ਗਾਵਾਂ ਨੂੰ ਛੱਡ ਦਿਓ? ਇਹਦੇ ਬਾਰੇ ਵੀ ਜਾਣਕਾਰੀ ਦਿਓ। ਹਾਂਜੀ, ਸਾਨੂੰ ਜਦੋਂ ਤੋਂ ਕਮੇਟੀ ਨੇ ਗਾਵਾਂ ਚੱਕੀਆਂ ਸੀ, ਮਿਊਨਿਸਪਲ ਕੌਂਸਲ ਨੇ, ਜਿਨ੍ਹਾਂ ਦੀਆਂ ਗਾਵਾਂ ਦੁੱਧ ਦੇਣ ਵਾਲੀਆਂ ਹੁੰਦੀਆਂ ਉਹ ਫਿਰ ਸਾਡੇ ਕੋਲ ਪਹੁੰਚ ਜਾਂਦੇ ਆ। ਜਿਹੜੀਆਂ ਦੁੱਧ ਨਹੀਂ ਦਿੰਦੀਆਂ ਉਹ ਤਾਂ ਕੋਈ ਆਂਦਾ ਨਹੀਂ ਹੈ, ਤੇ ਜਿਹਦਾ ਕਿਲੋ 2 ਕਿਲੋ ਦੁੱਧ ਹੁੰਦਾ ਫਿਰ ਉਹ ਸਾਡੇ ਕੋਲ ਆ ਜਾਂਦੇ ਆ। ਸਾਡੇ ਤੇ ਅਲੱਗ-ਅਲੱਗ ਤਰ੍ਹਾਂ ਦਾ ਦਬਾਅ ਬਣਾਉਂਦੇ ਆ। ਪਿਛਲੇ ਦਿਨੀ ਜਿਹੜੀ 2-4 ਦਿਨ ਪਹਿਲਾਂ ਚੱਕੀਆਂ ਸੀ ਤਾਂ ਉਸ ਦਿਨ ਤੁਸੀਂ ਪਹਿਲਾਂ ਆਏ ਵੀ ਸੀਗੇ, ਤੇ ਉਹਦਾ ਕਾਰਨ ਇਹ ਹੋਇਆ ਵੀ ਈਓ ਸਾਹਿਬ ਨੇ ਸਾਨੂੰ ਕਿਹਾ ਵੀ ਇਹਨਾਂ ਦੀ ਛੱਡ ਦਿਓ, ਸਿਫਾਰਿਸ਼ ਹੈ, ਤੇ ਉਹ ਸਾਡੇ ਲਈ ਪ੍ਰੋਬਲਮ ਹੋ ਜਾਂਦੀ ਹੈ। ਅਸੀਂ ਇੱਥੇ ਲੜਦੇ ਹਾਂ ਲੋਕਾਂ ਨਾਲ ਵੀ ਅਸੀਂ ਨਹੀਂ ਛੱਡਣੀਆਂ, ਕਿਉਂਕਿ ਅਸੀਂ ਫੜਨ ਨਹੀਂ ਗਏ। ਮਿਊਨਿਸਪਲ ਕੌਂਸਲ ਨੇ ਡੀਸੀ ਸਾਹਿਬ ਦੇ ਹੁਕਮਾਂ ਨਾਲ, ਲੋਕਾਂ ਦੇ ਡਿਮਾਂਡ ਦੇ ਨਾਲ ਇਹਨੂੰ ਗਾਈਆਂ ਫੜੀਆਂ ਹੁੰਦੀਆਂ, ਤਾਂ ਸਾਡੇ ਲਈ ਦਿੱਕਤ ਹੋ ਜਾਂਦੀ ਹੈ। ਫਿਰ ਅਸੀਂ ਸ਼ਹਿਰ ਦੇ ਜਿਹੜੇ ਪਤਵੰਤੇ ਲੋਕ ਹੈ ਉਹਨਾਂ ਨੂੰ ਕਿਹਾ ਅਸੀਂ ਵੀ ਸਾਨੂੰ ਜਾਂ ਤਾਂ ਸਾਡੇ ਕੋਲ ਗਾਵਾਂ ਦੇਵੋ ਨਾ, ਜਦੋਂ ਛੱਡਣੀ ਹੁੰਦੀ ਹੈ ਤੁਸੀਂ ਆਪਣੇ ਪੱਧਰ ਤੇ ਜਿੱਥੇ ਫੜਦੇ ਹੋ ਉੱਥੇ ਹੀ ਛੱਡ ਦਿਆ ਕਰੋ। ਫਿਰ ਸਾਨੂੰ ਅਗਰ ਅਸੀਂ ਪੈਸੇ ਲੈ ਕੇ ਛੱਡੀਏ ਤਾਂ ਵੀ ਸਾਡੇ ਲਈ ਦਿੱਕਤ ਹੈ। ਲੋਕ ਸੇਵਾ ਦੇ ਕੰਮ 'ਚ ਬਦਨਾਮੀ 2 ਮਿੰਟ 'ਚ ਕਰਦੇ ਆ। ਤਾਂ ਮੇਰਾ ਇਹ ਰਹਿੰਦਾ ਵੀ ਤੁਸੀਂ ਛੱਡਣੀ ਹੈ ਤਾਂ ਉੱਥੇ ਛੱਡ ਦਿਓ। ਜਿਹੜੀ ਗਊਸ਼ਾਲਾ ਆ ਗਈ ਤੇ ਸਾਨੂੰ ਨਾ ਦਬਾਅ ਬਣਾਓ, ਕਿਉਂਕਿ ਲੋਕ ਕਹਿੰਦੇ ਨੇ ਕਿ ਗਊਸ਼ਾਲਾ ਦੇ ਵਿੱਚ ਗਾਵਾਂ ਜਾਂਦੀਆਂ ਨੇ ਤੇ ਉਹ ਛੱਡ ਦਿੰਦੇ ਨੇ, ਤਾਂ ਕੀ ਛੱਡਣ ਦਾ ਕਾਰਨ ਇਹੀ ਹੈ ਕਿ ਜਿਵੇਂ ਸਿਫਾਰਿਸ਼ ਆ ਗਈ? ਸਾਡੇ ਸਾਹਮਣੇ ਦੀ ਗੱਲ ਹੈ, ਈਓ ਸਾਹਿਬ ਦਾ ਖੁਦ ਤੁਹਾਨੂੰ ਕੋਲ ਆਈ ਹੈ, ਉਹ ਵੀ ਸਿਫਾਰਿਸ਼ ਕਰ ਰਹੇ ਨੇ ਕਿ ਇਹਨਾਂ ਨੂੰ ਛੱਡ ਦਿਓ। ਕਿਆ ਇਹੀ ਰੀਜ਼ਨ ਹੋ ਸਕਦਾ ਜੀ ਦਾ? ਨਹੀਂ, ਇਹੀ ਰੀਜ਼ਨ ਹੈ, ਅਦਰਵਾਈਜ਼ ਅਸੀਂ ਆਪ ਨਹੀਂ ਛੱਡਦੇ। ਤੇ ਹੁਣ ਤਾਂ ਉਹਨਾਂ ਨੇ ਮਨਾ ਕਰ ਦਿੱਤਾ ਵੀ ਅਸੀਂ ਨਹੀਂ ਸਿਫਾਰਿਸ਼ ਕਰਾਂਗੇ। ਜਿਹੜੀਆਂ ਗਾਈਆਂ ਆ ਗਈਆਂ, ਜਿਹੜੀਆਂ ਚੱਕ ਲਈਆਂ, ਉਹ ਗਊਸ਼ਾਲਾ ਭੇਜਾਂਗੇ। ਇੱਥੇ ਭੇਜਾਂਗੇ, ਇੱਕ ਹੋਰ ਵੀ ਹੈ ਗਊਸ਼ਾਲਾ ਉੱਥੇ ਸੁੱਖੇ ਮਾਜਰੇ, ਉੱਥੇ ਵੀ ਭੇਜਦੇ ਹਾਂ। ਤੇ ਸਾਡੇ ਕੋਲ ਜਿਹੜੀ ਆ ਗਈਆਂ ਅਸੀਂ ਬਿਲਕੁਲ ਨਹੀਂ ਕਰਦੇ। ਈਓ ਸਾਹਿਬ ਨੂੰ ਬੇਨਤੀ ਕੀਤੀ ਹੈ, ਹੋਰ ਅਫਸਰਾਂ ਨੂੰ ਬੇਨਤੀ ਕੀਤੀ ਹੈ ਵੀ ਸਾਨੂੰ ਨਾ ਸਿਫਾਰਿਸ਼ ਕਰੋ। ਜਿਹੜੀਆਂ ਛੱਡਣੀਆਂ ਤੁਸੀਂ ਉਹਨਾਂ ਨੂੰ ਜਾਂ ਨਾ ਚੱਕੋ ਜਾਂ ਉੱਥੇ ਹੀ ਛੱਡ ਦਿਓ। ਜੀ ਬਿਲਕੁਲ, ਜਿਵੇਂ ਇਹਨਾਂ ਨੇ ਸਾਡੇ ਨਾਲ ਗੱਲ ਕੀਤੀ ਹੈ ਕਿ ਜੋ ਗਾਵਾਂ ਨੰਗਲ ਸ਼ਹਿਰ ਦੀਆਂ ਕੌਂਸਲ ਵੱਲੋਂ ਪਕੜ ਕੇ ਇਹਨਾਂ ਨੂੰ ਦਿੱਤੀਆਂ ਜਾਂਦੀਆਂ ਨੇ, ਉਸ ਦੇ ਵਿੱਚ ਜੋ ਦੁੱਧ ਵਾਲੀਆਂ ਗਾਵਾਂ ਹੁੰਦੀਆਂ ਨੇ, ਜੋ ਜਿਨ੍ਹਾਂ ਨੇ ਗਾਵਾਂ ਰੱਖੀਆਂ ਹੁੰਦੀਆਂ ਨੇ, ਉਹ ਦੁੱਧ ਮਿਲ ਕੇ ਉਹਨਾਂ ਨੂੰ ਛੱਡ ਦਿੰਦੇ ਨੇ। ਤਾਂ ਉਸ ਤੋਂ ਬਾਅਦ ਜਦੋਂ ਪਕੜੀ ਜਾਂਦੀ ਹੈਗਾ, ਗਊਸ਼ਾਲਾ ਆਉਂਦੀ ਹੈ ਤੇ ਸਿਫਾਰਿਸ਼, ਜੀ ਬਿਲਕੁਲ ਅਸੀਂ ਦੱਸਣਾ ਚਾਹਾਂਗੇ, ਸਿਫਾਰਿਸ਼ ਦੇ ਆਧਾਰ ਤੇ ਫਿਰ ਗਾਵਾਂ ਨੂੰ ਛੱਡਣ ਦਾ ਦਬਾਅ ਵੀ ਬਣਾਇਆ ਜਾਂਦਾ ਹੈ। ਪਰ ਕਿਤੇ ਨਾ ਕਿਤੇ ਵੱਡਾ ਪ੍ਰਸ਼ਨ, ਜੇ ਇਸ ਪ੍ਰਕਾਰ ਗਾਵਾਂ ਨੂੰ ਪਕੜ ਕੇ ਐਵੇਂ ਹੀ ਛੱਡਣਾ ਹੈ ਤਾਂ ਗਾਵਾਂ ਨੂੰ ਪਕੜਨਾ ਕਿਉਂ ਗਊਸ਼ਾਲਾ ਦੇ ਵਿੱਚ ਗਾਵਾਂ ਨੂੰ ਭੇਜਿਆ ਜਾਂਦਾ ਹੈ? ਕਿਉਂ ਜੋ ਸੰਚਾਲਕ ਨੇ ਗਊਸ਼ਾਲਾ ਵਾਲੇ, ਉਹਨਾਂ ਤੇ ਪ੍ਰਸ਼ਨ ਉੱਠਣੇ ਸ਼ੁਰੂ ਹੋ ਜਾਂਦੇ ਨੇ? ਕਿਉਂਕਿ ਜਦੋਂ ਸਿਫਾਰਿਸ਼ ਆ ਜਾਂਦੀ ਹੈ ਤਾਂ ਇਹਨਾਂ ਨੂੰ ਗਾਵਾਂ ਜ਼ਰੂਰ ਛੱਡਣੀਆਂ ਪੈਂਦੀਆਂ ਨੇ। ਜੀ ਬਿਲਕੁਲ, ਇਹ ਵੀ ਜਾਣਨਾ ਚਾਹਾਂਗੇ ਸਰ, ਇਸ ਵੇਲੇ ਦੀ ਗੱਲ ਕਰੀਏ ਤਾਂ 50,000 ਰੁਪਏ ਕੌਂਸਲ ਤੁਹਾਨੂੰ ਦੇ ਰਹੀ ਹੈ, ਤਾਂ ਫਸਟ ਡੇ ਤੋਂ ਲੈ ਕੇ ਅੱਜ ਤੱਕ ਕਿੰਨੀਆਂ ਗਾਵਾਂ ਪਕੜੀਆਂ ਗਈਆਂ, ਗਊਸ਼ਾਲਾ ਦੇ ਵਿੱਚ ਆਈਆਂ, ਉਸ ਦਾ ਸਾਰਾ ਡਾਟਾ ਤੁਹਾਡੇ ਕੋਲ ਮੌਜੂਦ ਹੈ ਜੀ? ਹਾਂਜੀ, ਸਾਰਾ ਅਸੀਂ ਰਿਕਾਰਡ ਰੱਖਦੇ ਹਾਂ। ਈਵਨ ਦੈਟ ਮਿਊਨਿਸਪਲ ਕੌਂਸਲ ਵੀ ਰਿਕਾਰਡ ਰੱਖਦੀ ਹੈ। ਉਹਨਾਂ ਦੇ ਬੰਦੇ ਸਾਨੂੰ ਲਿਖ ਕੇ ਦਿੰਦੇ ਆ ਵੀ ਇੰਨੀਆਂ ਗਾਵਾਂ ਅਸੀਂ ਤੁਹਾਨੂੰ ਦੇ ਕੇ ਚੱਲੇ ਹਾਂ, ਤੇ ਉਹ ਫਿਰ ਅਸੀਂ ਇੱਥੇ ਰਿਕਾਰਡ 'ਚ ਸਾਡੇ ਕੋਲ ਵੀ ਰਹਿੰਦਾ, ਉਹਨਾਂ ਕੋਲ ਵੀ ਰਹਿੰਦਾ। ਜੀ ਬਿਲਕੁਲ, ਜੇ ਅਸੀਂ ਤੁਹਾਨੂੰ ਬੋਲੀਏ ਕਿ ਮੀਡੀਆ ਦੇ ਮਾਧਿਅਮ ਰਾਹੀਂ ਨੰਗਲ ਦੇ ਲੋਕ ਜਾਣਨਾ ਚਾਹੁੰਦੇ ਆ ਕਿ ਹੁਣ ਤੱਕ ਕਿੰਨੀਆਂ ਗਾਵਾਂ ਪਕੜੀਆਂ ਤੇ ਕਿੰਨੀਆਂ ਗਾਵਾਂ ਸਿਫਾਰਿਸ਼ ਦੇ ਆਧਾਰ ਤੇ ਛੱਡ ਦਿੱਤੀਆਂ ਗਈਆਂ ਨੇ, ਉਹਦਾ ਡਾਟਾ ਅਵੇਲੇਬਲ ਕਰਵਾ ਸਕਦੇ ਹੋ? ਸਾਨੂੰ 2 ਗਾਵਾਂ ਬਾਰੇ ਕਿਹਾ ਗਿਆ ਸੀ। 2 ਗਾਵਾਂ ਸਾਨੂੰ, ਕਿਉਂਕਿ ਅਸੀਂ ਉਹਨਾਂ ਦੇ ਡਿਪੈਂਡ ਕਰਦੇ ਹਾਂ, ਚਾਹੇ ਉਹ 50,000 ਦੀ ਰਕਮ ਹੈ, ਅਸੀਂ ਉਹਨਾਂ ਦੀ ਗੱਲ ਮੰਨੀ ਤੇ ਅਸੀਂ 2 ਗਾਵਾਂ ਛੱਡਤੀਆਂ ਸੀਗੀਆਂ। ਤੇ ਫਿਰ ਸਾਨੂੰ ਹੋਇਆ, ਆਦੇਸ਼ ਹੋਇਆ ਵੀ ਨਾ ਕੋਈ ਕਹੇਗਾ, ਨਾ ਕੋਈ ਦਬਾਅ ਬਣਾਏਗਾ ਵੀ ਤੁਸੀਂ ਇਹਨਾਂ ਨੂੰ ਸਾਂਭੋ। ਸੋ ਅੱਜ ਤੱਕ ਸਮੇਂ ਸਿਰ, ਅਲੱਗ-ਅਲੱਗ ਸਮੇਂ ਸਿਰ ਤੁਸੀਂ ਸਾਰੀਆਂ ਗਾਵਾਂ ਨੂੰ ਚੱਕ ਕੇ ਗਊਸ਼ਾਲਾ 'ਚ ਬੰਦ ਕਰ ਦਿਓ। ਫਿਰ ਵੀ 2-3 ਮਹੀਨੇ ਬਾਅਦ ਲੋਕੀ ਬਾਹਰੋਂ ਲਿਆ ਕੇ ਛੱਡਦੇ ਆ। ਇਹ ਕਿਸੇ ਸ਼ਹਿਰ ਵਾਲਿਆਂ ਦੀਆਂ ਗਾਵਾਂ ਬਹੁਤ ਘੱਟ ਹੈ, ਇਹਦੇ ਵਿੱਚ ਪਿੰਡਾਂ ਵਾਲੇ ਬਾਹਰੋਂ ਲਿਆ ਕੇ ਛੱਡਦੇ ਆ, ਤਾਂ ਉਹ ਇੱਥੇ ਫਿਰ ਸ਼ਹਿਰ ਦੇ ਵਿੱਚ ਐਕਸੀਡੈਂਟ ਜਾਂ ਹੋਰ ਕਾਰਨ ਬਣਦੇ ਆ। ਕਈ ਵਾਰੀ ਕਿਸੇ ਨੂੰ ਮਾਰਿਆ, ਬੜੇ ਲੋਕਾਂ ਦੇ ਇਸ ਤਰ੍ਹਾਂ ਮੌਤ ਵੀ ਹੋਈ ਹੈ, ਚੂਲਾ ਟੁੱਟ ਗਿਆ, ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ। ਤਾਂ ਕੌਂਸਲ ਦੀ ਜ਼ਿੰਮੇਵਾਰੀ ਬਣਦੀ ਹੈ, ਉਹ ਸਮੇਂ ਸਿਰ ਸਾਨੂੰ ਦਿੰਦੇ ਰਹਿੰਦੇ। ਜੀ ਬਿਲਕੁਲ, ਤੁਸੀਂ ਗਊਸ਼ਾਲਾ ਦੇ ਸੰਚਾਲਕ ਹੋ, ਗਊਸ਼ਾਲਾ ਤੁਸੀਂ ਚਲਾਉਂਦੇ ਹੋ। ਜਿਹੜੀ ਗਾਵਾਂ ਤੁਹਾਡੇ ਕੋਲ ਆਉਂਦੀਆਂ ਨੇ ਉਹਨਾਂ ਦੀ ਗੱਲ ਕਰੀਏ ਤਾਂ ਬਿਲਕੁਲ ਠੀਕ ਗਾਵਾਂ ਆਉਂਦੀਆਂ ਨੇ, ਜਾਂ ਬਿਮਾਰ ਹੈ, ਹਾਦਸਾਗ੍ਰਸਤ ਗਾਵਾਂ ਹੈ, ਜਿਵੇਂ ਕਿ ਦੇਖਣ ਨੂੰ ਮਿਲਿਆ ਸੱਟਾ ਚੋਟਾ ਵੀ ਗਾਵਾਂ ਦੇ ਲੱਗੀਆਂ ਹੈ, ਉਹਨਾਂ ਗਾਵਾਂ ਦਾ ਵੀ ਤੁਸੀਂ ਧਿਆਨ ਰੱਖਦੇ ਹੋ? ਕਿਸ ਤਰ੍ਹਾਂ ਦੇ ਸਰਾਊਂਡਿੰਗ ਏਰੀਆ ਦੇ ਵਿੱਚ ਕਾਫੀ ਗਾਵਾਂ ਫਿਰਦੀਆਂ ਨੇ, ਪਿੰਡ ਵਾਲੇ ਵੀ ਹੈ, ਉਹ ਵੀ ਤੁਹਾਡੇ ਕੋਲ ਆਉਂਦੇ ਨੇ ਕਿ ਗਾਵਾਂ ਰੱਖ ਲਓ, ਜਾਂ ਕਿਸ ਹਾਲਾਤ ਵਿੱਚ ਗਾਵਾਂ ਆਉਂਦੀ ਹੈ, ਤੁਸੀਂ ਹਰ ਇੱਕ ਹਾਲਾਤ ਦੀ ਗਾਂ ਰੱਖ ਲੈਂਦੇ ਹੋ, ਜਾਂ ਸਿਰਫ ਜੋ ਦੁੱਧ ਦੇਣ ਵਾਲੀ ਗਾਂ ਹੁੰਦੀ ਹੈ ਉਹੀ ਰੱਖੀ ਜਾਂਦੀ ਹੈ? ਨਹੀਂ, ਦੁੱਧ ਵਾਲੀਆਂ ਤਾਂ ਸਾਡੇ ਕੋਲ ਬਹੁਤ ਘੱਟ ਹੁੰਦੀਆਂ। ਸਾਡੇ ਕੋਲ ਤਾਂ ਜਿਹੜੀਆਂ ਬਿਨਾਂ ਦੁੱਧ ਵਾਲੀਆਂ, ਜਿਹੜੀਆਂ ਲੋਕਾਂ ਨੇ ਛੱਡ ਦਿੱਤੀਆਂ, ਉਹੀਓ ਸਾਨੂੰ ਦਿੱਤੀਆਂ ਜਾਂਦੀਆਂ।
ਕੋਈ ਹੈ ਜਿੱਦਾਂ ਹੁਣ ਕੌਂਸਲ ਨੇ ਮੁਹਿੰਮ ਚਲਾਈ ਹੈ। ਮੇਰਾ ਇਹ ਮੰਨਣਾ ਹੈ ਜਿਹੜੀਆਂ ਦੁੱਧ ਨਹੀਂ ਦਿੰਦੀਆਂ ਉਹਨਾਂ ਨੂੰ ਚੱਕਣ ਨਾਲ ਲੋਕ ਜਿਨ੍ਹਾਂ ਦੀ ਉਹ ਜਿਹੜੇ ਪਾਲਕ ਹੈ ਜਿਨ੍ਹਾਂ ਦੀ ਉਹ ਗਾਂ ਹੈ ਉਹ ਖੁਸ਼ ਹੁੰਦੇ। ਮੈਂ ਬਾਰ-ਬਾਰ ਇਹਨਾਂ ਸਾਰਿਆਂ ਨੂੰ ਆਪਣੇ ਅਫਸਰਾਂ ਨੂੰ ਬੇਨਤੀ ਕਰਦਾ ਵੀ ਗਾਵਾਂ ਉਹ ਚੱਕੋ ਜਿਹੜੀਆਂ ਦੁੱਧ ਵਾਲੀਆਂ ਹੋਣ। ਇੱਕ ਤਾਂ ਗਊਸ਼ਾਲਾ ਨੂੰ ਕੋਈ ਫਾਇਦਾ ਹੋਵੇ, ਉਹਦਾ ਦੁੱਧ ਮਿਲੇ, ਉਹ ਆਪਣਾ ਭਾਰ ਚੱਕ ਸਕਣ, ਉਹ ਪੈਸਾ ਅਸੀਂ ਘਾਹ ਤੂੜੀ ਦੇ ਉੱਤੇ ਇਨਵੈਸਟ ਕਰ ਸਕੀਏ। ਸਾਡੇ ਏਰੀਏ ਦੇ ਵਿੱਚ ਇੱਕ ਰੇਲਵੇ ਟਰੈਕ ਹੈ ਨਜ਼ਦੀਕ ਹੀ, ਉੱਥੇ ਵੀ ਲਗਭਗ 2 ਮਹੀਨੇ 'ਚ ਇੱਕ ਅੱਧੀ ਗਾਂ ਇੱਦਾਂ ਦੀ ਆ ਜਾਂਦੀ ਜਿਹੜੀ ਰੇਲਵੇ ਟਰੈਕ ਨਾਲ ਕੱਟ ਕੇ ਉਹਦੀ ਕਿਸੇ ਦੀ ਲੱਤ ਜਾਂ ਬਹੁਤ ਬੁਰੀ ਤਰ੍ਹਾਂ ਡੈਮੇਜ ਹੋ ਜਾਂਦੀ। ਅਸੀਂ ਜਿਹੜੀ ਦੁਰਘਟਨਾਗ੍ਰਸਤ ਸਾਡੇ ਏਰੀਏ ਦੇ ਵਿੱਚ ਕੋਈ ਵੀ ਗਾਂ ਆਉਂਦੀ ਹੈ, ਚਾਹੇ ਟਰੱਕ, ਕਾਰ, ਬੱਸ ਕਿਸੇ ਨਾਲ ਵੀ ਲੱਗੀ ਹੋਵੇ, ਸਾਡੀ ਉਹ ਪ੍ਰਾਇੋਰਟੀ ਰਹਿੰਦੀ ਹੈ। ਅਸੀਂ ਉਹਨਾਂ ਨੂੰ ਉਚੇਚੇ ਤੌਰ 'ਤੇ ਲੈਂਦੇ ਹਾਂ, ਕੋਈ ਉਹਦੇ 'ਤੇ ਅਸੀਂ ਕਿੰਤੂ ਪਰੰਤੂ ਨਹੀਂ ਕਰਦੇ, ਕਿਉਂਕਿ ਉਹ ਮਜਬੂਰੀ ਹੈ, ਉਹਦਾ ਕੋਈ ਵੀ ਨਹੀਂ। ਇਹ ਬਾਕੀਆਂ ਦੇ ਤਾਂ ਚਲੋ ਕੋਈ ਮਾਲਕ ਹੁੰਦੇ ਆ। ਫਿਰ ਇੱਕ GT ਰੋਡ ਤੇ ਬੱਸਾਂ ਨਾਲ ਰੇਲਵੇ ਟਰੈਕ ਦਾ, ਜਾਂ ਫਿਰ ਕੁਝ ਲੋਕ ਜਦੋਂ ਦੁੱਧ ਦੇਣੋਂ ਹਟ ਜਾਂਦੀਆਂ ਉਹ ਖੁਸ਼ੀ ਲੋਕ ਕਹਿੰਦੇ ਆ ਵੀ ਹਾਂਜੀ ਤੁਸੀਂ ਸਾਡੇ ਕੋਲੋਂ ਜੋ ਚਾਹੁੰਦੇ ਹੋ ਡੋਨੇਸ਼ਨ ਉਹ ਲੈ ਲਓ, ਤੇ ਅਸੀਂ ਫਿਰ ਉਹਦਾ 2500 3100 ਇੱਦਾਂ ਕਰਕੇ ਰੱਖਿਆ ਹੋਇਆ। ਜੇ ਕਈ ਵਾਰੀ ਕੋਈ ਲੋਕ ਜਿੱਦਾਂ ਗਰੀਬ ਦੱਸ ਕੇ ਲੈ ਜਾਂਦੇ ਆ, ਇੱਦਾਂ ਦੇ ਵੀ ਜਾਂਦੇ ਆ ਵੀ ਅਸੀਂ ਦੇ ਨਹੀਂ ਸਕਦੇ। ਅੱਛਾ, ਇਸ ਤਰ੍ਹਾਂ ਵੀ ਹੈ ਜੇ ਕੋਈ ਲੈਣ ਆਵੇ ਕਿ ਅਸੀਂ ਗਊ ਘਰ ਵਾਸਤੇ ਲੈ ਜਾਣਾ ਚਾਹੁੰਦੇ, ਅਸੀਂ ਇਹਦੀ ਸੇਵਾ ਕਰਾਂਗੇ, ਤਾਂ ਕਿਆ ਤੁਸੀਂ ਉਸ ਨੂੰ ਦੇ ਵੀ ਦਿੰਦੇ ਹੋਗਾ ਫਿਰ ਇਸ ਤਰ੍ਹਾਂ? ਇੱਦਾਂ ਦੇ ਬੜੀ ਵਾਰੀ ਡਿਮਾਂਡ ਆਈ ਸਾਡੇ ਕੋਲ, ਅਸੀਂ ਇੱਕ ਵੀ ਕੇਸ ਐਸਾ ਨਹੀਂ ਕੀਤਾ। ਇਹ ਸਾਨੂੰ ਕਈ ਵਾਰੀ ਕਹਿੰਦੇ ਵੀ ਅਸੀਂ ਆਪਣੇ ਸੇਵਾ ਲਈ ਰੱਖਣੀ ਹੈ, ਤੁਸੀਂ ਵੀ ਸੇਵਾ ਕਰਦੇ ਹੋ, ਅਸੀਂ ਵੀ ਸੇਵਾ ਕਰਨੀ, ਅਸੀਂ ਕਦੇ ਨਹੀਂ ਦਿੱਤੀ। ਉਹਦੇ ਨਾਲ ਮੈਸੇਜ ਗਲਤ ਜਾਂਦਾ, ਗਊਸ਼ਾਲਾ ਦੀ ਇਮੇਜ ਖਰਾਬ ਹੁੰਦੀ ਹੈ, ਲੋਕ ਸੇਵਾ ਕਾਰਿਆ ਕਰਨ ਵਾਲਿਆਂ ਨੂੰ 1 ਮਿੰਟ 'ਚ ਬੇਈਮਾਨ ਦੱਸ ਦਿੰਦੇ। ਅਸੀਂ ਇਸ ਕਰਕੇ ਇਹਨਾਂ ਗੱਲਾਂ ਤੋਂ, ਇਹ ਕਲੰਕ ਤੋਂ ਬਚਣ ਦੇ ਲਈ ਅਸੀਂ ਕਦੇ ਵੀ ਕਿਸੇ ਨੂੰ ਗਾਂ, ਇਤਿਹਾਸ 'ਚ ਨਹੀਂ ਹੋਇਆ, ਇਸ ਗਊਸ਼ਾਲਾ ਨੂੰ 15-18 ਸਾਲ ਹੋ ਗਏ ਬਣੀ ਨੂੰ, ਤੇ ਅਸੀਂ ਕਦੇ ਵੀ ਕੋਈ ਗਾਂ ਨਾ ਚੰਗੀ ਨਾ ਮਾੜੀ, ਨਾ ਕੋਈ ਬੱਚਾ ਨਾ ਕੋਈ ਜਵਾਨ, ਅਸੀਂ ਕਦੇ ਕਿਸੇ ਨੂੰ ਨਹੀਂ ਦਿੱਤੀ। ਜੀ ਬਿਲਕੁਲ। ਇੱਕ ਅਸੀਂ ਇਹ ਵੀ ਜਾਣਨਾ ਚਾਹਾਂਗੇ, ਤੁਸੀਂ ਸੰਚਾਲਕ ਹੋ, ਸੇਵਾ ਕਰਦੇ ਹੋ ਇੱਥੇ ਗਊਸ਼ਾਲਾ ਦੇ ਵਿੱਚ, ਜੇ ਕੋਈ ਲੋੜਵੰਦ ਆਂਦਾ ਹੈ ਕਿ ਸਾਨੂੰ ਦੁੱਧ ਚਾਹੀਦਾ ਹੈ, ਕਿਸੇ ਦਾ ਬੱਚਾ ਬਿਮਾਰ ਹੈ ਜਾਂ ਕਿਸੇ ਨੂੰ ਐਜ਼ ਅ ਮੈਡੀਸਨ ਦੇ ਤੌਰ ਤੇ ਦੁੱਧ ਲੈਣਾ ਹੋਵੇ, ਤਾਂ ਕਿਆ ਤੁਸੀਂ ਉਹਨਾਂ ਨੂੰ ਦੁੱਧ ਦੇ ਦਿੰਦੇ ਹੋ ਜਾਂ ਮਨਾ ਕਰ ਦਿੰਦੇ ਹੋ, ਜਾਂ ਫਿਰ ਜੋ ਦੁੱਧ ਗਊਸ਼ਾਲਾ ਦਾ ਹੁੰਦਾ ਹੈ ਉਸ ਦਾ ਕੀ ਯੂਜ਼ ਕਰਦੇ ਹੋ ਜੀ? ਫਿਰ ਸਾਡੇ ਕੋਲ ਥੋੜ੍ਹਾ ਜਿਹਾ ਦੁੱਧ ਹੁੰਦਾ, ਅਸੀਂ ਉਹ ਲੋਕਾਂ ਨੇ ਸਾਡੇ ਕੋਲ ਲਾਇਆ ਹੋਇਆ ਲੈ ਜਾਂਦੇ ਆ ਲੋਕ, ਅਸੀਂ ਵੀ ਦੇ ਦਿੰਦੇ ਹਾਂ। ਜੇ ਕੋਈ ਸਾਨੂੰ ਆ ਕੇ ਅੱਜ ਤੱਕ ਮੇਰੀ ਨੌਲੇਜ ਮੁਤਾਬਕ ਅਗਰ ਕਿਸੇ ਨੇ ਕਿਹਾ ਵੀ ਸਾਡੇ ਛੋਟਾ ਬੱਚਾ ਹੈ, ਅਸੀਂ ਗਊ ਦਾ ਹੀ ਦੁੱਧ ਦੇਣਾ ਚਾਹੁੰਦੇ ਹਾਂ, ਅਸੀਂ ਕਦੇ ਉਹਨਾਂ ਤੋਂ ਪੈਸੇ ਦੀ ਡਿਮਾਂਡ ਨਹੀਂ ਕੀਤੀ, ਕਿਉਂਕਿ ਉਹ ਕੋਈ ਨਾਨਕੇ ਆਇਆ ਹੁੰਦਾ, ਕੋਈ ਦਾਦਕੇ ਆਇਆ ਹੁੰਦਾ, ਬੱਚਾ ਛੋਟਾ ਹੁੰਦਾ, ਸਾਨੂੰ ਪੱਕਾ ਪਤਾ ਹੈ ਵੀ ਉਹਨਾਂ ਨੇ ਥੋੜ੍ਹੇ ਦਿਨ ਲੈਣਾ ਹੈ, ਸਾਨੂੰ ਉਹ ਦੱਸ ਦਿੰਦੇ ਆ। ਜੇ ਕੋਈ ਦਵਾਈ ਵਾਲਾ, ਨਾ ਅਸੀਂ ਕਦੇ ਉਹਦੇ ਤੋਂ ਕਦੇ ਪੈਸਾ ਮੰਗਿਆ। ਉਹ ਆਏ ਮੈਨੂੰ ਪਤਾ ਹੈ ਕਿ ਔਰਤ ਕਰਦੇ ਆ, ਮੈਂ ਦੇਖਿਆ ਕਿ ਮੰਗਣ ਨਾਲ ਤਾਂ ਅਸੀਂ ਉਹਦਾ 10 15 20 ਰੁਪਏ ਲੈ ਸਕਦੇ, ਬਟ ਉਹ ਬਿਨਾਂ ਮੰਗੇ ਸਾਡੇ ਗੋਲਕ ਦੇ ਵਿੱਚ ਕਈ ਵਾਰੀ 50 50 100 100 ਰੁਪਈਆ ਪਾ ਜਾਂਦੇ ਆ। ਸੋ ਇਸ ਕਰਕੇ ਉਹਨਾਂ ਕੋਲ ਅਸੀਂ ਕਦੇ ਡਿਮਾਂਡ ਨਹੀਂ ਕੀਤੀ। ਜੇ ਕੋਈ ਭਿਅੰਕਰ ਬਿਮਾਰੀ ਨਾਲ ਗ੍ਰਸਤ ਹੈ, ਉਹ ਕਹੇ ਵੀ ਗਊ ਨਾਲ ਦੁੱਧ ਨਾਲ ਹੀ ਅਸੀਂ ਦਵਾਈ ਦੇਣੀ ਹੈ, ਅਸੀਂ ਕਦੇ ਪੈਸਾ ਨਹੀਂ ਲਿਆ ਉਹਨਾਂ ਤੋਂ। ਜੀ ਬਿਲਕੁਲ। ਇਹ ਵੀ ਜਾਣਨਾ ਚਾਹਾਂਗੇ ਕਿ ਗਊਸ਼ਾਲਾ ਦੇ ਵਿੱਚ ਸਿਰਫ ਤੁਸੀਂ ਗਾਵਾਂ ਹੀ ਲੈਂਦੇ ਹੋ ਜਾਂ ਜੋ ਅਵਾਰਾ ਸਾਨ ਹੈ ਜੇ ਕੌਂਸਲ ਭੇਜਦੀ ਹੈ ਉਹਨਾਂ ਨੂੰ ਵੀ ਰੱਖਿਆ ਜਾਂਦਾ, ਉਸ ਦਾ ਵੀ ਪ੍ਰਾਵਧਾਨ ਹੈ ਤੁਹਾਡੇ ਪਾਸ? ਜਿਹੜੇ ਪਿੱਛੇ ਦਾ ਸਾਡਾ ਤਜਰਬਾ ਬਹੁਤ ਗਲਤ ਰਿਹਾ, ਤੁਸੀਂ ਸਾਡਾ ਰੱਖ ਰਖਾਵ ਦਾ ਤਰੀਕਾ ਦੇਖਿਆ, ਤੇ ਸਾਂਢ ਨੂੰ ਜਿਹੜਾ ਬੰਨ੍ਹ ਕੇ ਹੀ ਰੱਖਣਾ ਪੈਂਦਾ, ਔਰ ਬੰਨ੍ਹ ਕੇ ਦੀ ਬਹੁਤ ਜਲਦੀ ਰਹਿੰਦਾ ਨਹੀਂ ਹੈ। ਜਿੱਦਾਂ ਕਹਿੰਦੇ ਭਲਵਾਨ ਔਰ ਸਾਂਢ ਜਿਹੜੇ ਆ ਇਹ ਬਹੁਤੀ ਦੇਰ ਬੰਦਿਸ਼ 'ਚ ਨਹੀਂ ਰਹਿ ਸਕਦੇ। ਸੋ ਅਸੀਂ ਦੇਖਿਆ ਵੀ ਇਹ ਫਿਰ ਮਰ ਜਾਂਦੇ ਆ, ਅਸੀਂ ਇਹਨਾਂ ਨੂੰ ਅਵੋਇਡ ਹੀ ਕਰਦੇ ਹਾਂ, ਸਾਂਭ ਰੱਖਣਾ ਨਹੀਂ ਚਾਹੁੰਦੇ, ਕਿਉਂਕਿ ਘਾਹ ਜਦੋਂ ਪਾਉਂਦੇ ਆ ਜਿਹੜੇ ਬੰਦੇ ਸਾਡੇ ਸੇਵਾ ਕਰਦੇ ਆ, ਇਹ ਉਹਨਾਂ ਨੂੰ ਵੀ ਮਾਰਦੇ ਆ, ਇਹ ਜਿਹੜੀਆਂ ਸਾਡੇ ਕੋਲ ਕਮਜ਼ੋਰ ਗਾਵਾਂ ਉਹਨਾਂ ਨੂੰ ਵੀ ਮਾਰਦੇ ਆ। ਸੋ ਇਸ ਕਰਕੇ ਅਸੀਂ ਸਾਂਢ ਤੋਂ ਬਚਾਅ ਵੀ ਕਰੀਦਾ, ਫਿਰ ਵੀ ਰੱਖੇ ਦੇ ਆ। ਜਦੋਂ ਕੋਈ ਪਿੰਡਾਂ ਵਾਲੇ ਕਹਿ ਦਿੰਦੇ ਆ, ਕਈ ਵਾਰੀ ਸਾਨੂੰ ਵੀ ਲੋੜ ਹੁੰਦੀ ਹੈ ਕ੍ਰੋਸਿੰਗ ਕਰਨ ਦੇ ਲਈ, ਤੇ ਕਈ ਵਾਰੀ ਪਿੰਡਾਂ ਵਾਲੇ ਕਹਿੰਦੇ ਆ ਸਾਨੂੰ ਬਹੁਤ ਤੰਗ ਕਰਦਾ, ਫਿਰ ਉਹ ਸਾਡੀ ਪਰਚੀ ਕਟਾ ਜਾਂਦੇ ਆ 2000 2500 ਦੀ, ਰੱਖ ਲਈਦਾ, ਬਟ ਉਹ ਅਸੀਂ 99% ਮਨਾ ਕਰਦੇ ਹਾਂ। ਜੀ ਬਿਲਕੁਲ। ਇਸ ਤੋਂ ਇਲਾਵਾ ਜੇ ਅਸੀਂ ਗੱਲ ਕਰੀਏ ਤਾਂ ਜਿਵੇਂ ਕਿ ਸਮਾਜ ਸੇਵੀ ਹੁੰਦੇ ਆ ਜਾਂ ਸਰਕਾਰ ਵੱਲੋਂ ਕਿਸ ਪ੍ਰਕਾਰ ਦੀ ਮਦਦ, ਕਿਉਂਕਿ ਇੱਕ 50,000 ਦਾ ਕੌਂਸਲ ਤੋਂ ਹੋ ਗਿਆ ਜੀ, ਇਸ ਤੋਂ ਇਲਾਵਾ ਲਾਗਤ ਬਹੁਤ ਹੈ, ਖਰਚਾ ਬਹੁਤ ਹੈ ਗਾਵਾਂ ਨੂੰ ਰੱਖਣ ਦਾ, ਹੋਰ ਮਦਦ ਫਾਈਨੈਂਸ਼ੀਅਲੀ ਮਦਦ ਦੀ ਅਸੀਂ ਜੇ ਗੱਲ ਕਰੀਏ ਸਿੱਧੇ ਤੌਰ ਤੇ ਤਾਂ ਕਿਸ ਤਰ੍ਹਾਂ ਮਦਦ ਕੀਤੀ ਜਾਂਦੀ ਹੈ, ਕਿਸ ਤਰ੍ਹਾਂ ਤੁਸੀਂ ਖਰਚਾ ਸਾਰਾ ਸਰਵਾਈਵ ਕਰਦੇ ਹੋ? ਅਸੀਂ ਲਗਭਗ ਇਹ ਸਬਜੈਕਟ ਸਾਡਾ ਸਵਾਮੀ ਜੀ ਕੋਲ ਹੈ, ਗੋਲਕਾਂ ਰੱਖੀਆਂ ਹੋਈਆਂ। ਹੋਰ ਜਦੋਂ ਆਪਣੇ ਸੱਜਣ ਮਿੱਤਰ ਨੂੰ ਕੋਈ ਕੰਮ ਅਸੀਂ ਨਵਾਂ ਸ਼ੁਰੂ ਕਰਦੇ ਹਾਂ ਤਾਂ ਉਹਨਾਂ ਦੇ ਜ਼ਰੀਏ ਅਸੀਂ ਉਹਨਾਂ ਕੋਲੋਂ ਡੋਨੇਸ਼ਨ ਲੈ ਲਈਦੀ ਹੈ। ਡੋਨੇਸ਼ਨ ਦੀ ਬਜਾਏ ਅਸੀਂ ਉਹਨਾਂ ਤੋਂ ਮਟੀਰੀਅਲ ਲਈਦਾ, ਜਿੱਦਾਂ ਹੁਣ ਕੰਮ ਚੱਲ ਰਿਹਾ ਡੰਗੇ ਦਾ ਚੱਲਣਾ ਹੈ, ਗਿਰਨਾ ਹੈ, ਅਸੀਂ ਸਰਕਾਰ ਤੇ ਮਾਨਣੀ ਹੈ ਰਾਣਾ KP ਸਿੰਘ ਜੀ ਸਾਡੇ ਸਪੀਕਰ, ਉਹਨਾਂ ਤੋਂ ਅਸੀਂ ਕਰ ਰਹੇ ਹਾਂ ਮੰਗ ਕਿ ਸਾਨੂੰ
ਦਿੱਤਾ ਜਾਏ, ਹੋਰ ਫੰਡ ਦਿੱਤਾ ਜਾਏ ਤਾਂ ਕਿ ਉਹਦਾ ਰੱਖ ਰਖਾਅ ਦੇ ਵਿੱਚ ਸਾਨੂੰ ਦਿੱਕਤ ਜਿਹੜੀ ਆ ਰਹੀ ਉਹ ਨਾ ਹੋਵੇ। ਤੇ ਲੋਕਾਂ ਤੋਂ ਸਾਡੇ ਮਿੱਤਰ ਸੱਜਣ ਦਿੰਦੇ ਆ। ਸਾਡਾ ਸ਼ਹਿਰ ਕੁਛ ਇਦਾਂ ਦਾ ਵੀ ਦਾਨ 'ਚ ਰੁਚੀ ਘੱਟ ਹੈ, ਬਹੁਤ ਜ਼ਿਆਦਾ ਸ਼ਾਹੂਕਾਰ ਲੋਕ ਹੈ ਨਹੀਂ। ਲੋਕਾਂ ਕੋਲ ਜ਼ਮੀਨ 5-5 10-10 ਕਨਾਲ ਹੈ, ਨਾ ਕੋਈ ਘਾਹ ਦਿੰਦਾ ਤੇ ਇਸ ਤਰ੍ਹਾਂ ਦੀ ਹੈ ਦਿੱਕਤ। ਗੋਲਕਾਂ ਅਸੀਂ ਲਾਈਆਂ ਹੋਈਆਂ, ਉਹ ਸਵਾਮੀ ਜੀ ਦੇਖਭਾਲ ਕਰਦੇ ਆ, ਕਦੋਂ ਕਰਦੇ ਉਹ ਜਾਣਕਾਰੀ ਜ਼ਿਆਦਾ ਸਾਡੇ ਅਧਿਅਕਸ਼ ਹੈ ਗਊਸ਼ਾਲਾ ਦੇ, ਗੋਬਿੰਦ ਗੋਧਾਮ ਦੇ, ਤਾਂ ਉਹ ਸਬਜੈਕਟ ਇਹਨਾਂ ਕੋਲ ਹੈ, ਦੱਸਣਗੇ ਤੁਹਾਨੂੰ ਕੀ ਹੈ। ਜੀ ਬਿਲਕੁਲ। ਹੁਣ ਸਾਡੇ ਨਾਲ ਮੌਜੂਦ ਨੇ ਅਧਿਅਕਸ਼ ਜੋ ਗਊਸ਼ਾਲਾ ਦੇ। ਸਵਾਮੀ ਜੀ, ਸਭ ਤੋਂ ਪਹਿਲਾਂ ਜਾਣਨਾ ਚਾਹਾਂਗੇ ਕਿ ਇਸ ਗਊਸ਼ਾਲਾ ਦੇ ਵਿੱਚ ਕਿੰਨੀਆਂ ਗਾਵਾਂ ਮੌਜੂਦ ਨੇ ਜੀ ਇਸ ਵੇਲੇ? 200 के आसपास। 200 के आसपास गौशाला में। हाँ। ठीक है। इसमें जो देख रेख है आप किस प्रकार रखते हो, किस प्रकार कितने लोग हैं यहाँ पे जो इसका सुबह शाम ध्यान रखते हैं? गौ सेवक जो हैं वो 5 हैं और हम लोग व्यवस्था देखने के लिए आते हैं। शर्मा जी हैं, हम हैं और भी जो भी कमेटी से जुड़े हुए लोग हैं वो व्यवस्था देख रहे हैं। अभी भी जैसे साफ़ सफाई है, खाने का है, हरा चारा डालने का है और गर्मियों में इनको नहलाने धुलाने का। कोई ज़्यादातर शहर में जैसे कोई एक्सीडेंटल हो गया, कोई जख्मी हैं, कोई ऐसे हैं, तो उनको भी लेके उनकी मेडिकल जो ट्रीटमेंट है उनको दिया जाता है। और लोगों के सबकी कुछ भक्त लोग हमारे हैं, कुछ शहर से भी दानी सज्जन हैं, कोई आके स्वयं जो है गले में कुछ ना कुछ दान दे जाते हैं, कुछ रसीदें कटती हैं ऐसे डोनेशन दे के, और कमेटी जो दे रही हैं तो ये रख रखाव के लिए और उनके जो खाने पीने की व्यवस्था के लिए, इनकी सैलरी के लिए वो सारी व्यवस्था चल रही है समय स्वामी जी 200 से ज़्यादा करीब जहाँ पे गाय मौजूद है, तो इतना अगर कभी ऐसा हो जाता कि घास ख़त्म हो गया या जो काम कर रहे हैं उनको देने के लिए पैसा नहीं है, कभी इस प्रकार के भी हालात बन जाते हैं? कभी कभी ऐसे हो जाते हैं कि जैसे तूड़ी की एक गाड़ी हम मतलब जो है लगभग 20-22 दिन चलती हैं, तो 100 कुंटल तूड़ी अब जैसे सीजन के हिसाब से अभी 50,000 गाड़ी है तो 70,000 की, 75,000 की, 80,000 की हो जाती है। कभी कभी ऐसी सिचुएशन आ जाती है, फिर हमने दानी सज्जनों से उनसे कुछ ना कुछ एडजस्टमेंट करके, क्योंकि इनको भूखे नहीं रख सकते, बेजुबान हैं, तो इनको हम मतलब गऊओं को कभी भूखे रखेंगे ऐसे हो नहीं सकता। इसलिए इनके लिए प्रायोरिटी यही है कि हम व्यवस्था जो है कमेटी के मेंबर हैं, हम हैं, तो हम ये ध्यान रखते हैं कि ऐसी सिचुएशन ना आए। और कभी कभी फाइनेंशियली प्रॉब्लम हो जाती तो कहीं ना कहीं से एडजस्टमेंट करते हैं। स्वामी जी, जैसे देखने को मिलता है कि गौशाला में कभी गाय बीमार हो गई है, बैठ गई है, उठ नहीं पाती है, तो उसके लिए डॉक्टरों की किस प्रकार टीम का इंतजाम है, किस प्रकार कार्य किया जाता है? फिर जो सरकारी डॉक्टर हैं तो उनके साथ जो है थोड़ी सी बातचीत है, उनको भी थोड़ी सेवा भाव है, तो वो समय समय पर आजकल तो रेगुलर आ रहे हैं, समय समय पर आकर जो भी जैसे कोई जख्मी गाय आ गई या कोई अस्वस्थ हैं यहाँ गौशाला में, तो उनको फ़ोन कर देते हैं, वो आके फिर उनकी जो भी उचित चिकित्सा है वो दी जाती है उनको। स्वामी जी, अगर हम बात करें तो गौशाला को जो ग्रांट जैसे 31 लाख रुपए की एक ग्रांट मिली है, 10 लाख की एक मिली है, तो जो 31 लाख की ग्रांट की हम बात करते हैं तो उसमें सबसे पहले कौंसिल द्वारा काम करवाए गए, तो क्या 31 लाख रुपए का जो काम किया है आप उससे संतुष्ट हो? क्या सच में ही 31 लाख रुपए का काम है, जितना रुपया है उतना काम हो पाया गौशाला में? नहीं, वो दरअसल जो है 2 प्रकार की बात है। शुरू से हमारे जो वर्तमान स्पीकर साहब हैं तो 2006 में उन्होंने भी मतलब जो है सहयोग किए और शुरू से ही उनका जो है साथ रहा है, तो उनसे हमने एक आग्रह किए थे कि आपने जो भी डोनेशन देना गौशाला कमेटी को दीजिए, ताकि हम लोगों से भी कुछ सहयोग लेकर, मतलब अगर 5 लाख देते हैं तो हम 10 लाख का काम कर सकते हैं, 8 लाख का काम कर सकते हैं, क्योंकि वो जो है मेजर जिनको हमने पेमेंट करना है उनको करना पड़ता है। पर ये 31 लाख जो है वो भाजपा के समय में ऐसे किया गया कमेटी के माध्यम से। अभी भी जो है एक शेड कमेटी के थ्रू कराए, तो कमेटी के जो होती है उसकी जो कमीशन है, उनकी जो सरकारी जो नीति नियम हैं उसके आधार पर जो है उनकी 35% 40% जो है उसमें तो सीधा उनकी चला जाता है। और फिर जो जिसको टेंडर देते हैं, जो ये करते हैं, तो वो उसमें से जो है अपना ढूंढेगा, वो अपना भी ढूंढते हैं, और काम भी जो होता है वो भी ये जग जाहिर है, ये हमारे लिए गौशाला के लिए नहीं, कोई भी काम होता, पुल टूट जाते हैं, सड़कें उखड़ जाती हैं, तो वो काम ऐसे कच्चे पक्के होते हैं। अभी भी
लग रही हैं जो भी काम हो रहे हैं, तो उसमें कोई पानी नहीं देखता, कुछ वो नहीं होता, काम मतलब ढंग से होता नहीं। और जो 31 लाख रुपए, कोई कहता 15 का हुआ, कोई कहता 18 का हुआ, हमने वैल्यूएशन तो नहीं किया, पर संतोषजनक नहीं हो पाया। कुछ तो हुआ, जैसे कहते हैं भगते चोर के लंगोट वाला कहानी, हम हमारे लिए कुछ हो गया, पर अब वो इतनी तसल्ली बख्श वाला कहानी नहीं हुआ। तो अभी भी 10 लाख रुपए राणा जी ने दिए, तो वो सामने हाल है। तो इसके निर्माण के बाद भी कुछ हमने भक्तों से, कुछ गौ भक्तों से, कुछ संगतों से वो करके 1-2 और भी काम उसमें एडिशन हो गया। मतलब हमको होता है कि कमेटी को कोई चीज़ आता है तो 10 आता है, तो उसमें हम 12-15 मतलब और काम, एक्स्ट्रा काम हो जाता है, और जब डायरेक्ट हो जाता है तो वो 10 का काम जो है 5 में पहुंच जाता है। ये खेती। अगर वो 31 लाख आपके पास डायरेक्ट आता तो बहुत डेवलप हो जाता तो कितने डेवलपमेंट हो जाती है, और उसमें कितनी हो पाई है वो भी जानकारी दें हमें। अभी मतलब जो है उनकी एक तो हमने एक डिमांड रखे थे कि हम जो स्टोन वर्क, जो बट्टे वाला पत्थर वाला काम है वो कम हो, क्योंकि उसमें बजट उनका ज़्यादा होता है, उसमें कमीशन ज़्यादा होता है, पर हम मतलब वो काम सक्सेस नहीं होता। हम ब्रिक्स वर्क ज़्यादा चाहते थे, वो जगह जगह पे डंगा दे दिए। कुछ काम जो हमारी जो डिमांड थी, जो काम की, वो काम पेंडिंग रह गए। कुछ एक गेट बनाने की, डंगा बनाने की, तो वो काम पेंडिंग रह गए। कुछ ऐसे शेड वुड मतलब तैयार हो गए, और वो ना तो कंसल्ट जो है सलाह मशवरा के साथ इतना काम नहीं हो पाया, और जितना हुआ मतलब जो भी हुआ, जैसे हुआ, अब कुछ तो हुआ है, पर वो तसल्ली जो है वो नहीं हो पाई। अगर हमको डायरेक्ट दे देते वो, तो हमने वो मतलब 50 लाख का काम हो जाता, क्योंकि जब काम चल पड़ता है तो हम किससे सीमेंट, किससे रेत, बजरी, कुछ भी सहयोग भी ले लेते हैं। अभी भी हम लोगों से ज़्यादातर जो है पैसे के बदले में हम चाहते हैं कि वो कुछ ना कुछ, जैसे कोई फीड देता है, कोई तूड़ी दे देता है, तो उनको भी तसल्ली होता है कि हम गौशाला में कुछ देते हैं, क्योंकि नेचुरली हम भी तो लोगों से पैसा लेके यही चीज़ों की मतलब प्रबंध करना है। अगर कोई दे देता है, कल ही कोई गाड़ी के लिए कह रहे थे कुछ हम देना चाहते हैं, तो आप तो हमने हरे की गाड़ी मंगा दी। ऐसे समय समय पे हरे की गाड़ी कोई दे देते हैं, कोई फीड चोकर देते हैं। तो हमारी प्रयास यही है कि अगर कमेटी काउंसिल जो है अभी 50,000 जैसे महीना दे रही, अगर वो थोड़ी सी और बढ़ाने, पहले बात हुई थी तो वो कह रहे थे कि 1-1.5 लाख तक आपको कराएंगे। अगर वो ऐसे मुहिम कराते हैं तो शहर में जितनी गाँवें हैं, हमारे पास अभी जितनी कैपेसिटी है उतना हम रखने के लिए तैयार हैं, क्योंकि उनकी रख रखाव के लिए, उनको खाने के लिए व्यवस्था हमारे पास हो तो हम करने के लिए तैयार रहते हैं। अभी भी ये एक प्रस्ताव रखेंगे। और शहर में एक तो बाहर से जो गौएँ आती हैं उसमें कुछ रोकथाम करने की प्रयास करने की ज़रूरी है। दूसरी बात, प्रशासन की ओर से अनाउंसमेंट हो जाए कि कोई भी जो गौएँ रखें घर में, जो भी घर में गौएँ रखे हैं वो अपने घर में बांध के रखें। जो सड़क पे आ जाएं तो फिर गौशाला आ गई तो फिर दोबारा सिफारिश के लिए उनको, क्योंकि बीबीएमबी में जो है वो हमने कई बार प्रयास भी किए, शहर जबकि टाउनशिप की है, पर उनकी तरफ से कोई सहयोग अभी तक जो है प्राप्त नहीं हुआ। म्यूनसिपल काउंसिल से या जो भी विधायक रहते हैं उनके माध्यम से सहयोग कुछ ना कुछ डेवलपमेंट के लिए आता है, पर रख रखाव के लिए अभी मतलब 1 साल हुए जो कमेटी से 50,000 मिलता हुआ, अब वो 15-17 साल से हम ही मतलब लोगों के माध्यम से चलाए जा रहे थे। और बीबीएमबी की कॉलोनी में भी जो भी, शहर तो बीबीएमबी की है, तो उनकी कॉलोनी में उनके ऑफिसर्स जो हैं या प्रशासन की सहयोग लेके उनको हिदायत दे दें कि जो गौएँ रखते हैं या तो अपने रखें या रखने ना दें, या जो रखते हैं उनको। अभी ये स्पष्ट है कि अगर गौशाला में कोई गाय आएगी पकड़ के कौंसल देगा तो आप किसी की सिफारिश नहीं मानोगे, उसको नहीं छोड़ोगे? नहीं, जो बार बार कहा जा चुका है कि जो शहर में या तो आप छोड़े नहीं। अब जब अभी तो मतलब एसडीएम साहब से, डीसी साहब से, एसएसपी साहब से, सबसे भी बात हो गई, क्योंकि एक तो भेज देते हैं, उसके बाद हमको इतनी प्रेशराइज होती है, ये है वो है, बार बार फ़ोन करके डिस्टर्ब करते हैं। तो अब जो है हमने साफ मना कर दिया है कि जो सिफारिश वाला कहानी है आप अपने, इसके लिए प्रशासन या तो उनको नोटिस करे कि कोई भी सड़क पे छोड़े ना, यहाँ भेजने के बाद हमारे ऊपर दबाव ना डाली जाए या फिर ना लाया जाए, 2 ही बात। बिल्कुल स्वामी जी, ये तो बात होगी शहर की, तो गौशाला के समीप गांव भी पड़ते हैं, तो परेशानी का सामना चलो करना पड़ता है, तो क्या गांव के लोग हैं
वो भी आपके पास आते हैं, गाय लेके आते हैं, वो भी परेशानी का कारण बनते हैं? हाँ, समय समय पे खेतों में जैसे फसल अभी है, खेतों में परेशानी होती है, तो वो भी कभी सांड खेतों में परेशान करती है, गांव वालों को भी परेशान करता है। तो वो जो है वो लेके आ जाते हैं कई बार 4-6 जो इकट्ठे करके। तो गांव वाले कुछ चंदा इकट्ठा करते हैं, थोड़ी बहुत उनकी भी हमने, क्योंकि गांव हैं उनकी सहयोग समय समय उनकी भी सहयोग लेनी पड़ती है, वो देते भी हैं। तो इसीलिए हमको तो सभी की, शहर की भी गाँव की भी, कई बार जो एक्सीडेंटल केस होता है, कोई सांड है, कोई आजकल जो गौएँ रखे भी हैं घर में, जो गौएँ रखी हैं, तो अब वो बछड़े जो हैं, मेल जो हैं, तो वो बच्चों को जो है यहाँ पर छोड़ छोड़ के जाते हैं। वो जो बछड़े हैं वो कोई रखता नहीं है। तो अभी संख्या हमारी बीच में बढ़ गई थी, तो इसलिए हम थोड़ी सी रोकथाम की कि भाई जो है अब एक फीस रखे हैं थोड़े से, ताकि फ्री में छोड़ के फिर तो सभी छोड़ जाएंगे। तो इस प्रकार से चली जा रही है। स्वामी जी, एक क्वेश्चन और, जब गाय बीमार हो जाती है, जब मर जाती है, तो उसके बाद उसका क्या किया जाता है? अभी तो हमने पीछे जो है कई वर्षों तक जो है तो यहाँ दबाते रहे। अब वो वहाँ लिमिटेशन कर दिए जगह की, तो इसलिए हमने बार बार वहाँ एक जगह पे गाड़ नहीं सकते। तो इसलिए अभी जो कम्युनिटी म्यूनसिपल काउंसिल में हम फ़ोन करते हैं, तो वो जहाँ भी ले जाते हों गौओं को उठाना पड़ता है। ਜੀ ਬਿਲਕੁਲ, ਇਹ ਸੀਗਾ ਸਾਡੇ ਨਾਲ ਸਵਾਮੀ ਜੀ। ਜਿਵੇਂ ਕਿ ਇਹਨਾਂ ਨੇ ਦੱਸਿਆ ਕਿ ਗਊਸ਼ਾਲਾ ਦੇ ਵਿੱਚ ਕਿਸ ਪ੍ਰਕਾਰ ਗਾਵਾਂ ਆਉਂਦੀਆਂ ਤੇ ਕਿਸ ਪ੍ਰਕਾਰ ਜੋ ਮੁਸ਼ਕਿਲ ਦਾ ਸਾਹਮਣਾ ਹੈ ਇਹਨਾਂ ਨੂੰ ਸਮੇਂ-ਸਮੇਂ ਤੇ ਕਰਨਾ ਪੈਂਦਾ, ਤੇ ਇਸ ਦੇ ਨਾਲ ਹੀ ਇਹਨਾਂ ਨੇ ਸਖਤ ਕੌਂਸਲ ਨੂੰ ਤੇ ਲੋਕਾਂ ਨੂੰ ਕਹਿ ਦਿੱਤਾ ਕਿ ਜੋ ਗਊਸ਼ਾਲਾ ਦੇ ਵਿੱਚ ਆਏਗੀ ਉਸ ਨੂੰ ਨਹੀਂ ਛੱਡਿਆ ਜਾਏਗਾ। ਤੇ ਨਾਲ ਹੀ ਇਹਨਾਂ ਨੇ ਅਪੀਲ ਵੀ ਕੀਤੀ ਹੈ ਕਿ ਜਿਨ੍ਹਾਂ ਨੇ ਗਾਵਾਂ ਰੱਖੀਆਂ ਨੇ ਸ਼ਹਿਰ ਦੇ ਵਿੱਚ ਜਾਂ ਇਲਾਕੇ ਦੇ ਵਿੱਚ ਗਾਵਾਂ ਰੱਖੀਆਂ ਨੇ, ਉਹ ਦੁੱਧ ਪੀ ਕੇ ਆਪਣੀ ਗਾਂ ਨੂੰ ਨਾ ਛੱਡੋ। ਤੇ ਇਸ ਦੇ ਨਾਲ ਹੀ ਲਗਾਤਾਰ ਜੋ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਇਲਾਕੇ ਦੀਆਂ ਸਮੱਸਿਆਵਾਂ ਨੂੰ ਹੱਲ ਕਰਾਈਏ, ਉਹ ਮੁੱਦੇ ਚੁੱਕੀਏ, ਤੇ ਉਹਨਾਂ ਮੁੱਦਿਆਂ ਨੂੰ ਕਿਸ ਪ੍ਰਕਾਰ ਪ੍ਰਸ਼ਾਸਨ ਕੰਮ ਕਰਦਾ ਹੈ ਤੇ ਕਿਸ ਪ੍ਰਕਾਰ ਉਹ ਮੁੱਦੇ ਲਗਾਤਾਰ ਲੋਕਾਂ ਦੇ ਹੱਲ ਕਰਵਾਏ ਜਾਂਦੇ ਨੇ, ਉਹ ਸਾਰਾ ਅਪਡੇਟ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ। ਫਿਲਹਾਲ ਮੇਰੇ ਸਾਥੀ ਅਵਿਨਾਸ਼ ਦੇ ਨਾਲ ਰਕੇਸ਼ ਰਾਣਾ ਨੂੰ ਦਿਓ ਇਜਾਜ਼ਤ। ਗੱਲ ਧਿਆਨ ਚ ਲਿਆਂਦੀ ਹੈ ਬਈ 4-5 ਦਿਨ ਤੋਂ ਇੱਕ ਅਭਿਆਨ ਦੁਬਾਰਾ ਸੁਰ ਚੱਲਿਆ ਹੈ। ਅਸੀਂ ਇਹ ਤੀਸਰੀ ਵਾਰੀ ਅਭਿਆਨ ਚਲਾ ਰਹੇ ਹਾਂ। ਉਸ ਕੋਸ਼ਿਸ਼ ਕਰ ਰਹੇ ਹਾਂ ਵੀ ਇਸ ਵਾਰੀ ਸਾਰੀਆਂ ਚੁੱਕੀਆਂ ਜਾਣ। ਗਊਸ਼ਾਲਾ 'ਚ ਲਿਆ ਕੇ ਜਿੱਦਾਂ ਹੀ ਅਸੀਂ ਗਾਈਆਂ ਲਿਆਂਦੀਆਂ, ਲੋਕਾਂ ਦੀਆਂ ਸਿਫਾਰਿਸ਼ਾਂ ਆਉਣੀਆਂ ਸ਼ੁਰੂ ਕਰਦੀਆਂ। ਮੈਂ ਉਹਨਾਂ ਸਾਰਿਆਂ ਨੂੰ ਹੱਥ ਜੋੜ ਕੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਵੀ ਇਹ ਜਿਹੜੀਆਂ ਗਊਆਂ ਨੂੰ ਤੁਸੀਂ ਹੁਣੇ ਸੰਭਾਲ ਸਕਦੇ, ਅੱਜ ਤੋਂ ਹੀ ਸੰਭਾਲ ਲਓ। ਉਹਨਾਂ ਦਾ ਕੌਂਸਲ ਨੂੰ ਵੀ ਕਹਿਣਾ ਚਾਹੁੰਦਾ ਵੀ ਜਿੱਥੇ ਜਿੱਥੇ ਵੀ ਡੰਗਰ ਪਸ਼ੂ ਬੰਨਿਆ ਵਾ, ਤੁਸੀਂ ਆਪ ਜਾ ਕੇ ਚੈੱਕ ਕਰੋ ਵੀ ਉਹਨਾਂ ਦੀ ਕਪੈਸਿਟੀ ਹੈਗੀ ਉਹਨਾਂ ਦੀ ਰੱਖਣ ਦੀ। ਔਰ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ, ਜਿਹੜੇ ਲੋਕ ਸਿਫਾਰਿਸ਼ ਕਰਦੇ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਬਈ ਇਹ ਬਹੁਤ ਵੱਡੀ ਸਮੱਸਿਆ ਹੈ। ਜਦ ਤੱਕ ਤੁਸੀਂ ਸਹਿਯੋਗ ਨਹੀਂ ਦਿਓਗੇ, ਆਪਾਂ ਇਹਦੇ 'ਚ ਕੋਈ ਇਹਦਾ ਹੱਲ ਜਿਹੜਾ ਸਥਾਈ ਲੱਭ ਨਹੀਂ ਸਕਦੇ ਆ। ਸੋ ਇਹ ਸਿਫਾਰਿਸ਼ਾਂ ਨਾ ਕਰੋ। ਆਪਣਾ ਜਿਹੜਾ ਤੁਹਾਡਾ ਦੁਧਾਰੂ ਪਸ਼ੂ ਹੈ, ਜੇ ਤੁਸੀਂ ਸਮਝਦੇ ਆ, ਜੇ ਤੁਸੀਂ ਉਹਦੀ ਸੇਵਾ ਕਰ ਸਕਦੇ ਆ ਤਾਂ ਉਹਨੂੰ ਰੱਖੋ, ਨਹੀਂ ਤਾਂ ਇਹ ਪਾਪ ਨਾ ਕੱਟੋ।